घर का गुजारा जी कोई हाल नहीं गा। एक बच्चा भी मिस्त्री का काम करता, उन्होंने थोड़े बारे वो पैसे लिया, वो सानू 100-200 कुछ दिंदा विचों, ते हाल कोई नहीं साडा। ਜਿਹੜੀ ਬੱਸ ਤੁਸੀਂ ਕੈਸ਼ ਲਈ ਆ ਜਾਂ ਕਿਸ਼ਤਾਂ ਤੇ ਲਈ? नहीं जी कैश ना ही ले ली है, पैड़ी बेच के ली। नहीं जी कोई हाल नहीं गा, वो बच्चा ही दिंदा माड़े चंगे दी दवाई थोड़ी खाने ही, जिथे 15 दिनों की 7 दिनों की दवाई अं 21 दिन कढ़ते हैं, दवाई भी नहीं पूरी। ਕਰੋਨਾ ਵਾਇਰਸ ਨੇ ਤਾਂ ਸਾਨੂੰ ਮਤਲਬ ਕਿ ਸਾਡਾ ਲੱਕ ਹੀ ਤੋੜ ਕੱਤਿਆ ਜੀ। ਅੱਗੇ ਤਾਂ ਮਤਲਬ ਕਿ ਸੁੱਖ ਦੀ ਰੋਟੀ ਖਾਂਦੇ ਆ, ਹੁਣ ਤਾਂ ਰੋਟੀ ਵੀ ਨਹੀਂ ਸਾਨੂੰ ਮਿਲਦੀ। ਸਾਡੇ ਬੱਚੇ ਸੋ ਭੁੱਖੇ ਮਰਨ ਦੇ ਰੋਂਦੇ ਆ ਕਿ ਸਾਨੂੰ ਕੋਈ ਚੀਜ਼ ਚਾਹੀਦੀ ਆ, ਅਸੀਂ ਤਾਂ ਕਿਤੋਂ ਲੈ ਵੀ ਨਹੀਂ ਸਕਦੇ ਹੁਣ। ਮੈਂ ਤਾਂ ਸਿੰਗਲਾ ਸਾਹਿਬ ਨੂੰ ਵੀ ਪੋਸਟ ਪਾਈ ਸੀਗੀ ਇਹੋ ਹੀ ਕਿ ਜੇ ਤਾਂ ਸਾਡੇ ਮਤਲਬ ਕਿ ਇਹਨਾਂ ਸਾਨੂੰ ਪਰੇਸ਼ਾਨ ਕੀਤਾ ਤਾਂ ਅਸੀਂ ਤਾਂ ਸਕੂਲ ਦੇ ਬਾਹਰ ਆਤਮ ਹੱਤਿਆ ਕਰ ਲੈਣੀ, ਬੱਚਿਆਂ ਨੂੰ ਨਾਲ ਲੈ ਕੇ ਆਪਣੇ ਦੋਵਾਂ ਨੂੰ ਨਾਲ ਆਪਣੀ ਘਰ ਦੀ ਨੂੰ, ਅਸੀਂ ਚਾਰਾਂ ਜੀਆਂ ਨੇ ਉੱਥੇ ਆਤਮ ਹੱਤਿਆ ਕਰ ਲੈਣੀ। ਬੱਸਾਂ ਪੂਰੀਆਂ ਭਰਨ ਦੀਆਂ ਉੱਥੇ। ਮੈਂ ਪਿਛਲੇ ਐਤਵਾਰ ਗਿਆ ਸਾਂ, 2 ਸਵਾਰੀਆਂ ਭਾਈਆਂ, ਤੀਜਾ ਮੈਂ ਸੀ। 2000 ਰੁਪਏ ਦਾ ਮੈਂ ਚਲਾਨ ਕਟਾ ਕੇ ਆ ਗਿਆ। ਹਫ਼ਤੇ ਬਾਅਦ ਸਾਡੀ ਸਵਾਰੀ ਲੱਗਦੀ। ਘਰ ਦਾ ਗੁਜ਼ਾਰਾ ਇਦਾਂ ਆ, ਜਿਹੜੇ ਕੋਲ ਹੈਗੇ ਸੀ ਲਾਗੇ ਆ, ਕੋਈ ਵਿਆਜੀ ਲੈ ਲਓ ਜਾਂ ਕੋਈ ਬੈਂਕ ਤੋਂ ਲੋਨ ਲੈ ਲਓ, ਜਿਹੜੇ ਲਏ ਉਹ ਖਾਦੇ ਪੀਤੇ ਜਾਂਦੇ, ਇਹੋ ਕੰਮ ਹੀ ਆ। ਸਤਿ ਸ਼੍ਰੀ ਅਕਾਲ ਜੀ, ਹਮਦਰਦ ਟੀਵੀ ਦੇਖ ਰਹੇ ਹੋ, ਮੈਂ ਹਾਂ ਗੁਰਚੇਤ ਔਲਖ। ਲਾਕਡਾਊਨ ਦੌਰਾਨ ਜਿੱਥੇ ਹਰ ਇੱਕ ਵਰਗ ਨੂੰ ਬਹੁਤ ਜ਼ਿਆਦਾ ਮਾਰ ਪਈ ਹੈ, ਹਰ ਇੱਕ ਵਰਗ ਨੁਕਸਾਨ ਦੇ ਵਿੱਚ ਗਿਆ ਹੈ, ਤੇ ਗੱਲ ਕਰੀਏ ਜੇ ਡਰਾਈਵਰ ਵਰਗ ਦੀ, ਮੱਧ ਵਰਗ ਦੀ, ਜਿਹੜਾ ਕਿ ਡਰਾਈਵਰ ਇਸ ਟਾਈਮ ਲਾਕਡਾਊਨ ਦੌਰਾਨ ਇੱਦਾਂ ਦੇ ਹਾਲਾਤ ਹੋ ਗਏ ਡਰਾਈਵਰਾਂ ਦੇ ਕਿ ਜਿਹੜਾ ਘਰ ਦਾ ਗੁਜ਼ਾਰਾ ਕਰਨਾ ਵੀ ਬਹੁਤ ਮੁਸ਼ਕਲ ਹੋ ਗਿਆ ਹੈ। ਤੇ ਲਾਕਡਾਊਨ ਦੌਰਾਨ ਕਿ ਜਿਹੜੇ ਕਈ ਮੱਧ ਵਰਗ ਦੇ ਇਨਸਾਨ ਐਸੇ ਡਰਾਈਵਰ ਨੇ ਜੋ ਤਾਂ ਦਿਹਾੜੀ ਵੀ ਨਹੀਂ ਕਰ ਸਕਦੇ ਤੇ ਨਾ ਹੀ ਉਹਨਾਂ ਦੇ ਕੋਲ ਜ਼ਮੀਨ ਹੈ, ਤੇ ਕਈ ਇਦਾਂ ਦੇ ਡਰਾਈਵਰ ਵੀ ਹੈਗੇ ਆ ਜਿਨ੍ਹਾਂ ਨੇ ਜ਼ਮੀਨ ਵੇਚ ਕੇ ਜਿਹੜੀ ਗੱਡੀ ਪਾਈ ਹੋਈ ਸੀ ਸਕੂਲੇ, ਤੇ ਪਰ ਲਾਕਡਾਊਨ ਦੌਰਾਨ ਜਿਹੜਾ ਗੱਡੀ ਦਾ ਕੰਮ ਬੰਦ ਹੋਇਆ ਤੇ ਪਰ ਘਰ ਦਾ ਗੁਜ਼ਾਰਾ ਔਖਾ ਹੋ ਗਿਆ ਵਾ। ਤੇ ਘਰ ਦਾ ਗੁਜ਼ਾਰਾ ਰੋਟੀ ਪਾਣੀ ਦਾ ਪਹਿਲਾਂ ਹੀ ਮਸਾ ਚੱਲਦਾ ਸੀ, ਹੁਣ ਤਾਂ ਲਾਕਡਾਊਨ ਕਰਕੇ ਗੱਡੀ ਦੀਆਂ ਕਿਸ਼ਤਾਂ ਤੇ ਟੈਕਸ ਜਿਹੜੇ ਇਦਾਂ ਦੇ ਖਰਚੇ ਆ ਉਹ ਵੀ ਪੈਂਡਿੰਗ ਹੋਏ ਪਏ ਆ, ਤੇ ਜਿਹੜਾ ਗਰੀਬ ਆ ਡਰਾਈਵਰ ਆ ਉਹ ਕਿੱਥੋਂ ਤਾਰ ਸਕਦਾ। ਹੁਣ ਸਾਡੇ ਨਾਲ ਇੱਕ ਇਦਾਂ ਦੇ ਡਰਾਈਵਰ ਮੌਜੂਦ ਨੇ ਜਿਨ੍ਹਾਂ ਨੇ ਆਪਣੀ 2 ਕਨਾਲਾਂ ਮਾਲਕੀ ਸੀ ਪੈਲੀ, ਉਹ ਵੇਚ ਕੇ ਉਹਨਾਂ ਨੇ ਜਿਹੜੀ ਆ ਸਕੂਲੇ ਗੱਡੀ ਪਾਈ ਹੋਈ ਸੀ, ਪਰ ਲਾਕਡਾਊਨ ਦੌਰਾਨ ਐਸੀ ਮਾਰ ਪਈ ਆ ਕਿ ਕੰਮ ਬੰਦ ਹੋਇਆ, ਪਰ ਰੋਟੀ ਪਾਣੀ ਦਾ ਜਿਹੜਾ ਗੁਜ਼ਾਰਾ ਕਰਨਾ ਔਖਾ ਹੋਇਆ ਪਿਆ। ਬਾਪੂ ਜੀ ਕੀ ਨਾ ਆਪਣਾ ਜੀ? मेरा ना करण सिंह है जी। ਤੇ ਬਾਪੂ ਜੀ ਤੁਸੀਂ ਇੱਕ ਸਕੂਲ ਬੱਸ ਦੇ ਮਾਲਕ ਹੋ, ਤੇ ਇਸ ਟਾਈਮ ਜਿਹੜੇ ਤੁਹਾਡੇ ਘਰ ਦੇ ਹਾਲਾਤ ਉਹ ਕਿਵੇਂ ਨੇ? ਅਸੀਂ ਜੀ ਦੋਵੇਂ ਜੀ ਬਿਮਾਰ ਹਾਂ, ਤੇ ਡਰਾਈਵਰ ਰੱਖਿਆ ਇਸ ਬੱਸ ਤੇ, ਉਹਨੂੰ ਵੀ 5000 ਦਿੰਦੇ ਵਿਚਾਰੇ ਨੂੰ, ਤੇ ਉਹ ਵੀ ਬੰਦ, ਉਹ ਵੀ ਘਰੇ ਬੈਠਾ, ਤੇ ਬੱਚਾ ਸਾਡਾ ਮਾੜਾ ਮੋਟਾ ਮਿਸਤਰੀ ਪੂਣਾ ਕਰਦਾ, ਦਿੰਦਾ ਥੋੜੇ ਬਾਰੇ, ਹਰ ਕੋਈ। ਤੇ ਜਿਵੇਂ ਗੱਲ ਕਰੀਏ ਕਿ ਲਾਕਡਾਊਨ ਦੌਰਾਨ ਬੱਸਾਂ ਦਾ ਜਿਹੜਾ ਕੰਮ ਆ ਉਹ ਰੁਕਿਆ ਹੋਇਆ ਵਾ, ਤੇ ਜਿਹੜੇ ਬੱਚਿਆਂ ਦੇ ਪੇਰੈਂਟਸ ਆ, ਜਿਹੜੇ ਮਾਤਾ ਪਿਤਾ, ਉਹ ਕਿਰਾਇਆ ਨਹੀਂ ਦੇ ਰਹੇ, ਤੇ ਉਸ ਹਿਸਾਬ ਨਾਲ ਤਾਂ ਘਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ? ਘਰ ਦਾ ਗੁਜ਼ਾਰਾ ਜੀ ਕੋਈ ਹਾਲ ਨਹੀਂ ਗਾ। ਇੱਕ ਬੱਚਾ ਵੀ ਮਿਸਤਰੀ ਦਾ ਕੰਮ ਕਰਦਾ, ਉਹਨੂੰ ਥੋੜੇ ਬਾਰੇ ਉਹ ਪੈਸੇ ਲਿਆਉਂਦਾ, ਉਹ ਸਾਨੂੰ 100-200 ਕੁਝ ਦਿੰਦਾ ਵਿੱਚੋਂ, ਤੇ ਹਾਲ ਕੋਈ ਨਹੀਂ ਸਾਡਾ। ਤੁਸੀਂ ਇਹ ਕਿੰਨੇ ਚਿਰ ਤੋਂ ਜਿਹੜੀ ਆ ਬੱਸ ਦੇ ਮਾਲਕ ਜਿਹੜੇ ਬੱਸ ਚਲਾ ਰਿਹਾ ਸਕੂਲ ਤੋਂ? 3 ਸਾਲ ਜੀ ਚਲਾਈ, ਅਸੀਂ ਆਪ ਚਲਾਈ ਆ, ਤੇ ਸਾਲ ਹੁਣ ਹੋ ਗਿਆ ਜੀ ਡਰਾਈਵਰ ਰੱਖਿਆ, ਅਸੀਂ ਬਿਮਾਰ ਹਾਂ ਦੋਵੇਂ ਜੀ। ਹਾਂ ਹਾਂ। ਤੇ ਜਿਹੜੀ ਬੱਸ ਤੁਸੀਂ ਕੈਸ਼ ਲਈ ਆ ਜਾਂ ਕਿਸ਼ਤਾਂ ਤੇ ਲਈ? ਨਹੀਂ ਜੀ ਕੈਸ਼ ਨਾਲ ਹੀ ਲੈ ਲਈ, ਅਸੀਂ ਪੈੜੀ ਵੇਚ ਕੇ ਲਈ ਆ। ਹਾਂਜੀ ਹਾਂ, ਪੈੜੀ ਪੈਸੇ ਦੇਤੇ ਸਾਰੇ ਹੀ। ਤੇ ਹੁਣ ਜਿਵੇਂ ਲਾਕਡਾਊਨ ਦੌਰਾਨ ਤੁਸੀਂ ਪੈਲੀ ਵੇਚ ਕੇ ਜਿਹੜਾ ਹੈਗੀ ਸੀ ਤੁਹਾਡੇ ਕੋਲ, ਉਹ ਤਾਂ ਤੁਸੀਂ ਬੱਸ ਲੈ ਲਈ, ਤੇ ਹੁਣ ਫਿਰ ਜਿਹੜਾ ਘਰ ਦਾ ਗੁਜ਼ਾਰਾ ਵਾ, ਜਿਵੇਂ ਮਾਤਾ ਦੀ ਦਵਾਈ ਆ, ਤੁਹਾਡੀ ਦਵਾਈ ਆ, ਉਹ ਕਿਵੇਂ ਚੱਲ ਰਿਹਾ? ਨਹੀਂ ਜੀ ਕੋਈ ਹਾਲ ਨਹੀਂ ਗਾ, ਉਹ ਬੱਚਾ ਹੀ ਦਿੰਦਾ ਮਾੜੇ ਚੰਗੇ ਦੀ ਦਵਾਈ ਥੋੜੀ ਖਾਣੇ ਸੀ, ਜਿੱਥੇ 15 ਦਿਨਾਂ ਦੀ 7 ਦਿਨਾਂ ਦੀ ਦਵਾਈ ਅਸੀਂ 21 ਦਿਨ ਕੱਢਦੇ ਹਾਂ, ਦਵਾਈ ਵੀ ਨਹੀਂ ਪੂਰੀ। ਮਤਲਬ ਏਦਾਂ ਦਾ ਕੀ ਹੋਇਆ ਕਿ ਜਿਹੜਾ ਤੁਸੀਂ ਜ਼ਮੀਨ ਵੇਚ ਕੇ ਸਕੂਲ ਬੱਸ ਹੀ ਲਈ? ਉਦੋਂ ਵੀ ਜੀ ਗੜੀ ਨਾਲ ਨਹੀਂ, ਉਦੋਂ ਗੜੀ ਨਾਲ ਨਾ ਆਉਂਦਾ ਕੋਈ ਨਹੀਂ, ਗੜੀ ਨਾਲ ਗੱਲ ਆ, ਉਦੋਂ ਵੀ ਬੱਚੇ ਛੋਟੇ ਸੀ, ਤੇ ਹੁਣ ਹੀ ਬੱਚੇ ਆ ਲੱਗੇ ਕੁਛ ਥੋੜਾ ਬਾਲਾ ਕਰਨ ਜਾ ਕੇ ਬਾਹਰ ਬੂਰ, ਤੇ ਗੱਲ ਨਹੀਂ ਰੁਕਾਉਂਦੀ, ਕਦੀ ਕਿਸੇ ਨੌਕਰੀ ਜੋ ਆ ਗਏ, ਕਦੀ ਕੋ ਹੋ ਗਿਆ। ਤੇ ਜਦੋਂ ਤੁਸੀਂ ਕਿਸੇ ਬੱਚਿਆਂ ਵਾਲੇ ਤੋਂ ਜਾਂ ਕਿਸੇ ਪੇਰੈਂਟਸ ਤੋਂ ਪੈਸੇ ਮੰਗਦੇ ਹੋ, ਤੁਹਾਨੂੰ ਕੀ ਜਵਾਬ ਦਿੰਦੇ ਨੇ? ਅਸੀਂ ਸਾਨੂੰ ਜਵਾਬ ਤਾਂ ਉਹਨਾਂ ਹੀ ਹੋਣਾ, ਜੇ ਕੋਈ ਗੱਲ ਹੀ ਨਹੀਂ ਬਣਦੀ ਤੇ ਦੇਈਏ ਵੀ ਅਸੀਂ ਕਿੱਥੋਂ ਦੇਈਏ। ਉਹ ਆਂਦੇ ਵੀ ਨਿਆਣੇ ਤਾਂ ਪੜ੍ਹਨੇ ਨਹੀਂ ਜਾਂਦੇ, ਘਰ ਵੜ ਖਾਣ ਦੇ ਸਾਨੂੰ ਨਿਆਣੇ, ਤਾਂ ਅਸੀਂ ਔਖੇ ਹੋ, ਉਹ ਜੀ ਸਾਡੇ ਨੂੰ ਵੀ ਔਖੇ ਆ। ਉਹ ਤਾਂ ਮੋਬਾਇਲ ਮੰਗਣ ਦੇ ਆ, 4 ਨਿਆਣੇ, ਇੱਕ ਮੋਬਾਇਲ ਆ, ਤੇ ਉਹ ਭੰਨਣ ਦੇ ਮੋਬਾਈਲਾਂ ਨੂੰ ਤੇ ਲੜਨ ਦੇ, ਮਾਪੇ ਤਾਂ ਦੁਖੀ ਆ। ਚਲੋ ਜੇ ਗੱਲ ਕੀਤੀ ਜਾਵੇ ਕਿ ਲਾਕਡਾਊਨ ਦੌਰਾਨ ਬਾਕੀ ਦੁਕਾਨਾਂ ਵਾਲੇ ਆ ਜਾਂ ਟੀਚਰ ਆ ਜਾਂ ਕੋਈ ਹੋਰ ਸਰਕਾਰੀ ਅਧਿਕਾਰੀ ਆ, ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਮਿਲ ਰਿਹਾ ਵਾ, ਕਿਸੇ ਨੂੰ 50% ਤਨਖਾਹ ਮਿਲ ਰਹੀ ਆ, ਕਿਸੇ ਨੂੰ 70% ਮਿਲ ਰਹੀ ਆ, ਪਰ ਡਰਾਈਵਰ ਵਰਗ ਨੂੰ ਇੱਕ ਤਾਂ ਨਾ ਤਾਂ 5% ਹੀ ਆ ਜਿਹੜਾ ਕਟੌਤੀ ਕਰਕੇ ਮਿਲੀ ਆ, ਨਾ 10% ਹੀ ਮਿਲੀ ਹੈ। ਗੱਡੀਆਂ ਜੀ ਸਾਡੀਆਂ ਉੱਥੇ ਹੀ ਆ,
ਅਸੀਂ ਤਾਂ ਨਾ ਪੁੱਛਣ ਹੀ ਗਏ ਆ, ਨਾ ਗੱਡੀਆਂ ਉਤਰਾਂ ਹੀ ਖਲੋਤੀਆਂ ਤੇ ਸਾਨੂੰ ਉਹ ਆਖੀ ਜਾਂਦੇ ਵੀ ਕਰੋ, ਦਿਓ ਸਾਨੂੰ ਫੀਸਾਂ, ਦਿਓ ਫੀਸਾਂ। ਅਸੀਂ ਇਹੋ ਨੇ ਫੀਸ ਹੁਣ ਅਸੀਂ ਦਈਏ ਕਿਤੇ, ਗੱਡੀ ਤਾਂ ਖਲੋਤੀ ਆ, ਕਾਹਦੇ 'ਚੋਂ ਦੇ ਦਈਏ? ਸਾਡਾ ਤਾਂ ਅੱਗੇ ਗੁਜ਼ਾਰਾ ਇਸੇ ਗੱਡੀ 'ਤੇ ਗੁਜ਼ਾਰਾ, ਇਸੇ ਤੋਂ ਦਵਾਈ, ਇਸੇ ਤੋਂ ਆਟਾ ਕੋਟਾ ਲਿਆਉਂਦੇ ਅਸੀਂ। ਹਾਂਜੀ ਹਾਂ। ਜਿਵੇਂ ਹੁਣ ਸਰਕਾਰ ਵੱਲੋਂ ਟੈਕਸ ਇੰਸ਼ੋਰੈਂਸਾਂ ਮਾਫ ਕੀਤੇ ਗਏ ਆ, ਇਦਾਂ ਦੀ ਤੁਹਾਨੂੰ ਕੋਈ ਰਾਇਤ ਦਿੱਤੀ ਗਈ ਹੈ ਜੀ? ਨਹੀਂ ਜੀ, ਸਾਨੂੰ ਰਹਿ ਨਹੀਂ, ਅਸੀਂ ਤਾਂ ਨਗਦੀ ਲਈ, ਨਾ ਤਾਂ ਸਾਡਾ ਕੋਈ ਟੈਕਸ ਸੀ ਤੇ ਨਾ ਸਾਡੀ ਕੋਈ, ਅਸੀਂ ਰਾਤ ਦੀ ਪੈੜੀ ਵੇਚ ਕੇ, ਮੈਂ ਨਾ ਬਜ਼ੁਰਗ ਬੰਦਾ ਮੈਂ, ਜੇ ਮੈਥੋਂ ਨਾ ਇਹ ਪੈਸੇ ਪੂਹੇ ਲੱਥੇ ਤੇ ਕੀ ਤਾਂ ਕੀ ਹੋਊ ਨਿਆਣਿਆਂ ਨਾਲ ਗਾ। ਹੁਣ ਤੁਹਾਨੂੰ ਇੱਕ ਐਸੇ ਸ਼ਖਸ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਹੜਾ ਲਾਕਡਾਊਨ ਦੀ ਐਸੀ ਮਾਰ ਪਈ ਹੈ ਕਿ ਉਹ ਪਹਿਲਾਂ ਇੱਕ ਬੱਸ ਦਾ ਮਾਲਕ ਸੀ ਤੇ ਹੁਣ ਉਹ ਇਸ ਟਾਈਮ 200 ਰੁਪਏ ਦਿਹਾੜੀ ਦੇ ਉੱਤੇ ਜਿਹੜਾ ਹੈ ਕਿ ਇੱਕ ਸਬਜ਼ੀ ਵਾਲੇ ਟੈਂਪੂ ਚਲਾ ਰਿਹਾ, 200 ਰੁਪਏ ਦਿਹਾੜੀ ਦੇ ਦਿੱਤੇ। ਉਹ ਵੀ ਜੇ ਕਿਤੇ ਸਬਜ਼ੀ ਵਧੀਆ ਵਿਕ ਜਾਂਦੀ ਹੈ ਤਾਂ ਉਹਨੂੰ 200 ਰੁਪਏ ਦਿਹਾੜੀ ਮਿਲ ਜਾਂਦੀ ਆ। ਕੀ ਨਾਮ ਵੀਰ ਜੀ ਆਪਣਾ? ਮੇਰਾ ਨਾਮ ਜਤਿੰਦਰ ਸਿੰਘ ਹੈ ਜੀ। ਤੇ ਜੇ ਗੱਲ ਕੀਤੀ ਜਾਵੇ ਪਿਛਲੇ ਸਮੇਂ ਦੀ, ਲਾਕਡਾਊਨ ਤੋਂ ਪਹਿਲਾਂ ਦੀ, ਤੁਸੀਂ ਇੱਕ ਬੱਸ ਦੇ, ਸਕੂਲ ਬੱਸ ਦੇ ਮਾਲਕ ਸੀ ਤੇ ਉਸ ਤੋਂ ਜਿਹੜੀ ਕਿੱਦਾਂ ਦੀ ਮਾਰ ਪਈ ਜਿਹੜਾ ਤੁਸੀਂ ਇਸ ਟਾਈਮ ਇੱਕ ਛੋਟੇ ਹਾਥੀ ਦੇ ਡਰਾਈਵਰੀ ਕਰਨ ਲਈ ਮਜਬੂਰ ਹੋ? ਕਰੋਨਾ ਵਾਇਰਸ ਨੇ ਤਾਂ ਸਾਨੂੰ ਮਤਲਬ ਕਿ ਸਾਡਾ ਲੱਕ ਹੀ ਤੋੜ ਘੱਤਿਆ ਜੀ। ਅੱਗੇ ਤਾਂ ਮਤਲਬ ਕਿ ਸੁੱਖ ਦੀ ਰੋਟੀ ਖਾਂਦੇ ਹਾਂ, ਹੁਣ ਤਾਂ ਰੋਟੀ ਵੀ ਨਹੀਂ ਸਾਨੂੰ ਮਿਲਦੀ। ਸਾਡੇ ਬੱਚੇ ਸੋ ਭੁੱਖੇ ਮਰਨ ਦੇ, ਰੋਂਦੇ ਆ ਕਿ ਸਾਨੂੰ ਕੋਈ ਚੀਜ਼ ਚਾਹੀਦੀ ਆ। ਅਸੀਂ ਤਾਂ ਕਿਤੋਂ ਲੈ ਵੀ ਨਹੀਂ ਸਕਦੇ ਹੁਣ, ਨਾ ਅਸੀਂ ਕਿਸੇ ਤੋਂ ਮੰਗ ਸਕਦੇ ਆ ਕਿ ਸਾਨੂੰ ਕੋਈ ਪੈਸਾ ਦੇਵੇ। ਤੇ ਮਤਲਬ ਜਦੋਂ ਤੁਸੀਂ ਕਿਸੇ ਤੋਂ ਪੈਸੇ ਮੰਗਦੇ ਹੋ, ਆਪਣਾ ਹੱਕ ਮੰਗਦੇ ਹੋ ਕਿ ਲਾਕਡਾਊਨ ਦੌਰਾਨ ਤੁਹਾਡੀ ਗੱਡੀ ਤੇ, ਚਲੋ ਹਰ ਇੱਕ ਦਾ ਇੱਕ ਇਹ ਸਵਾਲ ਹੁੰਦਾ ਕਿ ਜਦੋਂ ਮਤਲਬ ਤੁਸੀਂ ਕਿਸੇ ਦੇ ਘਰੋਂ ਪੈਸੇ ਲੈਣ ਜਾਂਦੇ ਹੋ, ਅਗਲਾ ਕਹਿੰਦਾ ਕਿ ਤੁਹਾਡੀ ਗੱਡੀ ਤਾਂ ਘਰੇ ਖਲੋਤੀ ਆ, ਤੁਹਾਨੂੰ ਪੈਸੇ ਕਾਹਦੇ ਦੇਗੀ? ਬਸ ਇਹੋ ਗੱਲ ਹੈ ਜੀ, ਇਹ ਨਹੀਂ ਵੇਖਦੇ ਪਏ ਕਿ ਸਾਡੇ ਵੀ ਮਤਲਬ ਕਿ ਕੋਈ ਹਾਲਾਤ ਇਹੋ ਜਿਹੇ ਬਣੇ ਪਏ ਆ। ਅਸੀਂ ਨਜਾਇਜ਼ ਪੈਸੇ ਨਹੀਂ ਮੰਗਦੇ ਪਏ, ਅਸੀਂ ਇਹ ਕਹਿੰਦੇ ਆ ਤੇਲ ਦਾ ਖਰਚਾ ਨਾ ਦਿਓ ਸਾਨੂੰ, ਤੁਸੀਂ ਸਾਡੀ ਦਿਹਾੜੀ ਨਾ ਦਿਓ, ਜਿਹੜਾ ਕਾਗਜ਼ ਅਸੀਂ ਮਤਲਬ ਕਿ ਪੂਰੇ ਕੀਤੇ ਗੱਡੀਆਂ ਦੇ, ਸਾਨੂੰ ਉਹਦਾ ਹੀ ਖਰਚਾ ਦੇਈ ਜਾਓ। ਪਰ ਇਹ ਕੀ ਆਂਦੇ ਪਏ ਕਿ ਨਹੀਂ ਜੀ ਗੱਡੀਆਂ ਖਲੋਤੀਆਂ ਵਾ, ਅਸੀਂ ਸਕੂਲ ਦਾ ਖਰਚਾ ਨਹੀਂ ਦੇਂਦੇ, ਅਸੀਂ ਤੁਹਾਡਾ ਵੈਨਾਂ ਦਾ ਖਰਚਾ ਕਿੱਥੋਂ ਦੇਵਾਂਗੇ? ਮਤਲਬ ਇੱਕ ਤਾਂ ਸਰਕਾਰ ਨੇ ਸਹੂਲਤ ਦਿੱਤੀ ਹੋਈ ਆ ਕਿ ਜਿਹੜੇ ਮੱਧ ਵਰਗ ਦੇ ਜਨਰਲ ਲੋਕ ਆ ਉਹਨਾਂ ਨੂੰ ਜਿਵੇਂ ਟੈਕਸਾਂ ਦੇ ਵਿੱਚ ਰਾਇਤ ਦਿੱਤੀ ਗਈ ਆ, ਕਿਸ਼ਤਾਂ ਦੇ ਵਿੱਚ ਰਾਇਤ ਦਿੱਤੀ ਗਈ ਹੈ, ਇਦਾਂ ਦਾ ਕੋਈ ਥੋੜਾ ਨਾ ਸਾਡੇ ਨਾਲ ਕੁਛ ਨਹੀਂ ਗਾ, ਨਾ ਕੋ ਸਾਨੂੰ ਕੋਈ ਮਤਲਬ ਕਿ ਰਾਸ਼ਨ ਪਾਣੀ ਆਇਆ ਵਾ ਤੇ ਨਾ ਸਾਨੂੰ ਕੋਈ ਇਹੋ ਜਿਹੀ ਮਤਲਬ ਕਿ ਰਾਇਤ ਦਿੱਤੀ ਆ ਕੋਈ ਟੈਕਸਾਂ ਦੇ ਵਿੱਚ, ਨਾ ਕੋਈ ਇੰਸ਼ੋਰੈਂਸ, ਨਾ ਪ੍ਰਦੂਸ਼ਣ, ਕਿਸੇ ਚੀਜ਼ ਦੀ ਰਾਇਤ ਨਹੀਂ ਸਾਨੂੰ ਸਭ ਪੂਰੇ ਕਰਨੇ ਪੈ ਜਾਂਦੇ ਕਾਗਜ਼। ਤੇ ਕਿੰਨੇ ਪਰਿਵਾਰਕ ਮੈਂਬਰ ਹੋ ਤੁਸੀਂ ਤੇ ਇਸ ਟਾਈਮ ਜਿਹੜਾ ਘਰ ਦਾ ਗੁਜ਼ਾਰਾ ਉਹ ਕਿਵੇਂ ਕਰ ਰਹੇ ਹੋ? ਘਰ ਦਾ ਗੁਜ਼ਾਰਾ ਇਦਾਂ ਹੀ ਆ, ਜਿਵੇਂ ਇੱਧਰ ਦਿਹਾੜੀ ਲੱਗ ਗਈ ਆ ਜਾਂ ਕਿ 10 ਦਿਨ ਘਰੇ ਬਹਿ ਲਿਆ ਵਾ। ਬਸ ਇਹ ਹੀ ਆ ਕਿ ਮੁੰਡਾ ਯਾਰ ਦੋਸਤ ਹੈਗਾ ਵਾ, ਉਹ ਥੋੜਾ ਬਹੁਤਾ ਰਾਸ਼ਨ ਦੇ ਜਾਂਦਾ ਵਾ ਕਦੇ ਕਦਾਈ ਆ ਕੇ, ਤੇ ਨਹੀਂ ਤੇ ਵਿਹਲੇ ਹੀ ਆ ਇਹ। ਤੇ ਜਿਵੇਂ ਹੁਣ ਕਿ ਸਰਕਾਰ ਤੇ ਸਕੂਲਾਂ ਵੱਲੋਂ ਵੀ ਦਿੱਤਾ ਜਾ ਰਿਹਾ ਕਿ 50% ਦੇ ਹਿਸਾਬ ਨਾਲ, ਤੇ ਤੁਹਾਨੂੰ ਇਦਾਂ ਦਾ ਕੋਈ? ਸਾਨੂੰ ਕੁਛ ਨਹੀਂ ਜੀ, ਸਾਨੂੰ ਬੱਚੇ 1 ਰੁਪਈਆ ਨਹੀਂ ਦੇ ਰਹੇ। ਉਹ ਆਂਦੇ ਪਏ ਜੀ ਨਹੀਂ ਤੁਹਾਡਾ ਬਣਦਾ ਹੀ ਕੁਛ ਨਹੀਂ ਹੱਕ ਪੈਸੇ ਸਾਡੇ ਕੋਲੋਂ। ਤੁਹਾਡੇ ਹਿਸਾਬ ਨਾਲ ਕੀ ਇਹਦੇ ਵਿੱਚ ਦੋਸ਼ੀ ਕੌਣ ਆ? ਕੀ ਹਿਸਾਬ ਨਾਲ ਕਾਰਵਾਈ ਚੱਲ ਰਹੀ ਆ ਕਿ ਪ੍ਰਸ਼ਾਸਨ ਵੀ ਕਹਿ ਰਿਹਾ ਕਿ ਹਾਂ ਵੀ ਜਿਹੜੀ ਆ ਸਾਰਿਆਂ ਨੇ ਹੈਲਪ ਕੀਤੀ ਗਈ ਆ, ਰਾਸ਼ਨ ਦਿੱਤਾ ਗਿਆ? ਨਹੀਂ ਜੀ, ਕੋਈ ਹੈਲਪ ਨਹੀਂ ਕੀਤੀ। ਅਸੀਂ ਤਾਂ ਕਹਿ ਰਹੇ ਸਾਡੀਆਂ ਸਰਕਾਰਾਂ ਹੀ ਗੰਦੀਆਂ ਕਿ ਸਾਡੀ ਹੈਲਪ ਤਾਂ ਕਰਨੀ ਦੇਈ। ਹੁਣ ਕਿ ਜਾ ਅਸੀਂ ਵਿਹਲੇ ਬੈਠੇ ਆ ਤੇ ਸਾਡੇ ਹੁਣ ਹਰਕੇ ਸਕੂਲ ਬੱਚੇ ਪੜ੍ਹਦੇ ਮੇਰੇ ਦੋਵੇਂ, ਹੁਣ ਉਹ ਫੀਸਾਂ ਮੰਗਣ ਦੇ ਆ। ਜੇ ਮੈਂ ਸਾਰੇ ਕਾਗਜ਼ ਪੂਰੇ ਕਰਕੇ ਦਿੱਤੇ ਉਹਨਾਂ ਨੂੰ ਕਿ ਅਸੀਂ ਫੀਸਾਂ ਨਹੀਂ ਦੇ ਸਕਦੇ, ਸਿਰਫ 25% ਲੈਸ ਕੀਤੀ ਆ ਜੀ। 25% ਤੁਹਾਨੂੰ ਛੱਡਦੇ ਆ, ਸਾਡੇ ਕੋਲ ਰੁਪਈਆ ਤੱਕ ਨਹੀਂ ਹੈਗਾ ਤੇ ਅਸੀਂ ਤੁਹਾਨੂੰ 25% ਛੱਡ ਕੇ ਅਸੀਂ 10% ਵੀ ਨਹੀਂ ਦੇ ਸਕਦੇ ਤੁਹਾਨੂੰ। ਤੇ ਉਹ ਹੁਣ ਸਾਨੂੰ ਤੰਗ ਪਰੇਸ਼ਾਨ ਕਰਨ ਦੇ ਕਿ ਤੁਹਾਡੇ ਬੱਚਿਆਂ ਦੀ ਪੜ੍ਹਾਈ ਅਸੀਂ ਬੰਦ ਕਰ ਦੇਣੀ ਆ, ਤੇ ਅਸੀਂ ਦੱਸੋ ਕਿੱਧਰ ਜਾਈਏ? ਅਸੀਂ ਤਾਂ ਆਤਮ ਹੱਤਿਆ ਹੀ ਕਰਨੀ ਫਿਰ। ਮੈਂ ਤਾਂ ਸਿੰਗਲਾ ਸਾਹਿਬ ਨੂੰ ਪੋਸਟ ਪਾਈ ਸੀਗੀ ਇਹੋ ਹੀ ਕਿ ਜੇ ਤਾਂ ਸਾਡੇ ਮਲਕੀ ਇਹਨਾਂ ਸਾਨੂੰ ਪਰੇਸ਼ਾਨ ਕੀਤਾ ਤਾਂ ਅਸੀਂ ਤਾਂ ਸਕੂਲ ਦੇ ਬਾਹਰ ਆਤਮ ਹੱਤਿਆ ਕਰ ਲੈਣੀ, ਬੱਚਿਆਂ ਨੂੰ ਨਾਲ ਲੈ ਕੇ, ਆਪਣੇ ਦੋਵਾਂ ਨੂੰ ਨਾਲ, ਆਪਣੀ ਘਰ ਦੀ ਨੂੰ, ਨਾ ਅਸੀਂ ਚਾਰਾਂ ਜੀਆਂ ਨੇ ਉੱਥੇ ਆਤਮ ਹੱਤਿਆ ਕਰ ਲੈਣੀ। ਤੁਹਾਡੇ ਤੋਂ ਹੋਰ ਕੋਈ, ਜਿਵੇਂ ਤੁਸੀਂ ਪਹਿਲਾਂ ਸਕੂਲ ਬੱਸ ਚਲਾਉਂਦੇ ਰਹੇ, ਉਸ ਤੋਂ ਬਾਅਦ ਤੁਹਾਡਾ ਹੋਰ ਕੋਈ ਗੁਜ਼ਾਰਾ ਕਰ ਲਈ ਕੋਈ ਤੁਹਾਡੇ ਕੋਲ ਸਾਧਨ ਨਹੀਂ ਹੈਗਾ, ਜਿਵੇਂ ਪੈਲੀ ਹੁੰਦੀ ਆ ਜਾਂ ਇਦਾਂ? ਸਾਡੇ ਕੋਲ ਕੁਛ ਨਹੀਂਗਾ, ਸਿਰਫ ਅਸੀਂ ਗੱਡੀ ਤੋਂ, ਮੈਨੂੰ 20 ਸਾਲ ਹੋ ਗਏ, ਪਿਛਲੇ 20-21 ਸਾਲ ਹੋ ਗਏ ਗੱਡੀ ਚਲਾਉਂਦਿਆਂ ਨੂੰ। ਗੱਡੀ ਆ ਸਿਰਫ, ਹੋਰ ਕੁਛ ਨਹੀਂ ਮੇਰਾ ਕਾਰੋਬਾਰ ਹੈਗਾ, ਸਿਰਫ ਗੱਡੀ ਆ। ਤੁਸੀਂ ਪ੍ਰਸ਼ਾਸਨ ਦੇ ਕੋਲ, ਜਿਵੇਂ ਤੁਸੀਂ ਲੋਕਾਂ ਨੇ ਵੀ ਕਿਹਾ, ਅਪੀਲਾਂ ਲਾਈਆਂ ਹੋਈਆਂ, ਤੇ ਤੁਹਾਡੇ ਸਰਕਾਰ ਤੁਹਾਡੇ ਖਿਲਾਫ ਦੇ ਵਿੱਚ ਤੁਹਾਨੂੰ ਕਿਸੇ ਮਸੀਹੇ ਨੇ ਜਾਂ ਹੋਰ ਕਿਸੇ ਨੇ ਕਿਸੇ ਤਰ੍ਹਾਂ ਦੀ ਮਦਦ ਕੀਤੀ ਕਿ ਨਹੀਂ? ਨਹੀਂ, ਸਾਡੇ ਕੋਈ ਮਦਦ ਨਹੀਂ ਕੀਤੀ ਕਿਸੇ ਮਸੀਹੇ ਨੇ, ਕਿਸੇ ਕਾਂਗਰਸੀ ਨੇ, ਕਿਸੇ ਅਕਾਲੀਏ ਨੇ, ਕਿਸੇ ਆਮ ਆਦਮੀ ਪਾਰਟੀ ਨੇ, ਕਿਸੇ ਨੇ ਬਾਂਹ ਨਹੀਂ ਫੜੀ ਸਾਡੀ। ਕਿ ਰਾਸ਼ਨ ਤੱਕ ਨਹੀਂ ਸਾਨੂੰ ਦਿੱਤਾ, ਕਿ 10 ਰੁਪਏ ਦਾ ਰਾਸ਼ਨ ਵੀ ਕਿਸੇ ਨੇ ਫੜਾ ਕੇ ਘਰੇ ਦਿੱਤਾ ਹੋਵੇ ਸਾਨੂੰ। ਜਿਵੇਂ ਤੁਹਾਡੇ ਤੁਸੀਂ ਆਪ ਸਕੂਲ ਡਰਾਈਵਰ ਹੋ, ਪਰ ਦੂਜੇ ਸਕੂਲਾਂ ਵੱਲੋਂ ਤੁਹਾਡੇ ਜਿਨ੍ਹਾਂ ਦੇ ਬੱਚੇ ਪੜ੍ਹ ਰਹੇ ਉਹਨਾਂ ਤੋਂ ਦਬਾਅ ਪਾਇਆ ਜਾ ਰਿਹਾ ਕਿ ਤੁਸੀਂ ਫੀਸ ਅਦਾ ਕਰੋ। ਸਰ ਜੀ ਕਹਿ ਰਹੇ ਆ, ਪਰ ਹੁਣ ਫੀਸਾਂ ਉਧਰ ਫੀਸਾਂ ਉਹਨਾਂ ਨੂੰ ਮਿਲ ਜਾਣਗੀਆਂ, ਪਰ ਸਾਨੂੰ ਫੀਸਾਂ ਨਹੀਂ ਮਿਲਣੀਆਂ। ਉਹਨਾਂ ਦੇ ਜੇ ਆਪਦੀਆਂ ਜਿਹੜੇ ਸਕੂਲ ਦੀਆਂ ਪ੍ਰਾਈਵੇਟ ਮਤਲਬ ਕਿ ਆਪਦੀਆਂ ਪਰਸਨਲ ਗੱਡੀਆਂ, ਉਹਨਾਂ ਦੀਆਂ ਫੀਸਾਂ ਉਹਨਾਂ ਨੇ ਲੈ ਲੈਣੀਆਂ ਵਾ, ਪਰ ਜਿਹੜੇ ਪ੍ਰਾਈਵੇਟ ਬੱਸਾਂ ਵਾਲੇ ਉਹਨਾਂ ਨੂੰ ਮਤਲਬ ਕਿ ਫੀਸਾਂ ਨਹੀਂ ਮਿਲਣੀਆਂ। ਪ੍ਰਾਈਵੇਟ ਸਕੂਲ ਵਾਲੇ ਨੂੰ ਜਿਹਦੇ ਹੈ ਤਾਂ ਸਕੂਲ ਦੇ ਨਾਲ ਨਾਤੇ ਦੇ, ਸਕੂਲ ਦੇ ਨਾਲ ਜੁੜੇ ਹੋਏ ਨੇ, ਐਗਰੀਮੈਂਟ ਹੋਏ ਸਕੂਲ ਦੇ ਨਾਲ 5 ਸਾਲ ਦਾ, ਕਿਸੇ ਦਾ 10 ਸਾਲ ਦਾ ਐਗਰੀਮੈਂਟ ਹੋਇਆ, ਤੇ ਫਿਰ ਸਕੂਲ ਇਹਨਾਂ ਨੂੰ ਕਿਉਂ ਅੱਖੋਂ ਪਰੋਖੇ ਕਰ ਰਿਹਾ ਕਿ ਪ੍ਰਾਈਵੇਟ ਸਕੂਲ ਦੇ ਆ ਜਾਂ ਸਾਡੇ ਆਪਣਾ ਸਟਾਫ ਹੈ? ਸਰ ਜੀ ਉਹ ਨਹੀਂ ਸਾਨੂੰ ਮੰਨਦੇ ਆਪਣਾ ਸਟਾਫ, ਉਹ ਆਂਦੇ ਪਏ ਸਿਰਫ ਸਾਡਾ ਸਕੂਲ ਦੇ ਨਾਲ ਲਿੰਕ ਆ, ਸਾਡਾ ਬੱਸਾਂ ਦੇ ਨਾਲ ਲਿੰਕ ਆ। ਇਹ ਮਾਂ ਪਿਓ ਨੇ ਬੱਸਾਂ ਹਾਇਰ ਕੀਤੀਆਂ ਵਾ, ਇਹ ਉਹਨਾਂ ਦਾ ਮਤਲਬ ਕਿ ਬਣਦੀ ਹੈ, ਜੋ ਉਹਨਾਂ ਨੇ ਕਰਨਾ ਆਪਸੇ ਕਰਨਾ ਵਾ, ਪੇਰੈਂਟਸ ਨੇ ਤੇ ਬੱਸ ਡਰਾਈਵਰ ਨੇ, ਇਹ ਸਕੂਲ ਵਿੱਚ ਨਹੀਂ ਲੱਗ ਆਊਗਾ।
ਤੇ ਫਿਰ ਪੇਰੈਂਟਸ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਹਾਡਾ ਸਾਥ ਕਿਉਂ ਨਹੀਂ ਦੇ ਰਹੇ? ਨਹੀਂ ਸਰ ਜੀ ਦੇ ਰਿਹਾ, ਕੀ ਪਤਾ ਹੁਣ ਕੀ ਇਹਨਾਂ ਨੂੰ ਪਰੇਸ਼ਾਨੀ ਹੈਗੀ ਆ। ਸਭ ਤਗੜੀਆਂ ਸਾਮੀਆਂ ਵਾ, ਇਹ ਕਹਿ ਰਹੀ ਹੈ ਕਿ ਮਾੜੀ ਮੋਟੀ ਨਹੀਂ ਗੀ, ਪੈਸਿਆਂ ਵਾਲੇ ਆ। ਮਤਲਬ ਕਿ ਐਡੇ ਤਗੜੇ ਸਕੂਲ ਸੈਕਰਡ ਹਾਰਟਸ ਕਨਵੈਂਟ ਸਕੂਲ ਦੇ ਵਿੱਚ, ਕ੍ਰਿਸਚੀਅਨ ਸਕੂਲ ਦੇ ਵਿੱਚ ਪੜ੍ਹਾ ਰਹੇ ਬੱਚੇ, ਪਰ ਇਹ ਹੈ ਕਿ ਕਹਿ ਰਹੀ ਹੈ ਕਿ ਉਦਾਂ ਕਹਿ ਦਿੰਦੇ ਸੀ ਕਿ ਜਿੰਨੇ ਪੈਸੇ ਲੈਣੇ ਦੱਸੋ, ਹੁਣ ਜੇ ਲੋੜ ਪਈ ਸਾਨੂੰ ਤਾਂ ਹੁਣ 1 ਰੁਪਈਆ ਨਹੀਂ ਜੀ। ਪਰ ਮੰਨਿਆ ਜਾਵੇ ਤਾਂ ਜਿਹੜੇ ਵੀ ਆ ਸੈਕਰਡ ਹਾਰਟ ਸਕੂਲ ਦਾ ਤੁਸੀਂ ਨਾਂ ਲਿਆ ਕਿ ਉਹ ਇੱਕ ਪੱਟੀ ਸ਼ਹਿਰ ਦਾ ਬਹੁਤ ਤਕੜਾ ਸਕੂਲ ਮੰਨਿਆ ਜਾਂਦਾ ਤੇ ਸਭ ਤੋਂ ਮਹਿੰਗਾ ਸਕੂਲ ਮੰਨਿਆ ਜਾਂਦਾ, ਤੇ ਜਿੱਥੇ ਕਿ ਜਿਹੜੇ ਪਰਿਵਾਰ ਆ ਜਿਹੜੇ ਉੱਥੇ ਉਹ ਬੱਚੇ ਪੜ੍ਹਾ ਰਿਹਾ ਜਿਨ੍ਹਾਂ ਦੇ ਕੋਲ ਗੁੰਜਾਇਸ਼ ਹੈਗੀ ਆ ਤੇ ਘਰੋਂ ਸਹਿੰਦੇ ਨੇ, ਤੇ ਫਿਰ ਵੀ ਤੁਹਾਨੂੰ ਉਹ ਪੈਸੇ ਕਿਉਂ ਨਹੀਂ ਦੇ ਰਹੇ? ਸਰ ਜੀ ਜਦੋਂ ਜਾਈਦਾ ਉਹ ਆਂਦੇ ਤੁਹਾਡੀਆਂ ਬੱਸਾਂ ਚੱਲਦੀਆਂ ਹੀ ਨਹੀਂ ਗੀਆਂ। ਸਿਰਫ ਇੱਕ ਬੰਦੇ ਨੇ ਮਤਲਬ ਕਿ ਕਹਿ ਦਈਏ ਕਿ ਸਾਡੇ ਇੱਥੇ ਐਮਸੀ ਆ ਰਾਣਾ ਰਣਜੀਤ ਸਿੰਘ, ਉਹਨਾਂ ਨੇ ਥੋੜੀ ਮਦਦ ਕੀਤੀ ਸੀ ਮੇਰੀ, ਰੁਪਈਆ ਨੇ 4-5 ਹਜ਼ਾਰ ਰੁਪਈਆ ਮੈਨੂੰ ਪਹਿਲਾਂ ਦਿੱਤਾ ਸੀ, ਅੱਜ ਤੋਂ 2 ਮਹੀਨੇ ਪਹਿਲਾਂ। ਪਰ ਫਿਰ ਵੀ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਜੇ ਲੋੜ ਪਈ ਤਾਂ ਕੋਈ ਨਹੀਂ ਰਿੰਕੇ ਤੇਰੇ ਨਾਲ ਅਸੀਂ ਖਲੋਤੇ ਹਾਂ। ਸਿਰਫ ਇੱਕ ਪੇਰੈਂਟਸ ਨੇ, ਹੋਰ ਕਿਸੇ ਨੇ ਨਹੀਂ। ਬਾਕੀ ਜਦੋਂ ਤੁਸੀਂ ਪੈਸੇ ਮੰਗਣ ਜਾਂਦੇ ਹੋ ਜਾਂ ਕਿਸੇ ਨੂੰ ਕਾਲ ਕਰਦੇ ਹੋ ਪੈਸਿਆਂ ਬਾਰੇ ਕਿ ਤੁਹਾਡੇ ਘਰ ਦੇ ਹਾਲਾਤ ਮਾੜੇ ਚੱਲ ਰਹੇ, ਤੁਹਾਨੂੰ ਅੱਗੋਂ ਕੀ ਜਵਾਬ ਮਿਲਦਾ? ਸਰ ਜੀ ਉਹ ਕਹਿ ਦਿੰਦੇ ਆ ਕਿ ਸਾਡੇ ਕੋਲ ਹੈ ਹੀ ਨਹੀਂ, ਸਾਡੇ ਜੇ ਤਨਖਾਹ ਵਾਲੇ ਕਿ ਜਿਵੇਂ ਸਰਕਾਰੀ ਨੌਕਰੀਆਂ ਵਾਲੇ ਉਹ ਆਂਦੇ ਸਾਡੀ ਮਤਲਬ ਕਿ ਤਨਖਾਹ ਨਹੀਂ ਪਈ ਹੈਗੀ। ਜੇ ਟੀਚਰ ਉਹ ਵੀ ਕਹਿ ਦਿੰਦੇ ਕਿ ਸਾਡੀਆਂ ਅੱਧੀਆਂ ਤਨਖਾਹਾਂ ਸਾਨੂੰ ਪਈਆਂ, ਸਾਨੂੰ ਬੱਚੇ ਫੀਸਾਂ ਨਹੀਂ ਦੇਣੇ ਤੇ ਗਾਂ ਸਾਨੂੰ ਮਤਲਬ ਕਿ ਤਨਖਾਹ ਨਹੀਂ ਮਿਲਦੀ ਪਈ ਤੇ ਅਸੀਂ ਤੁਹਾਨੂੰ ਪੈਸੇ ਕਿੱਥੋਂ ਦੇ ਦਈਏ। ਪਰ ਇਸ ਹਿਸਾਬ ਨਾਲ ਮੰਨਿਆ ਜਾਵੇ, ਜਿਸ ਹਿਸਾਬ ਨਾਲ ਸਰਕਾਰ ਨੇ ਲਾਕਡਾਊਨ ਖੋਲ੍ਹਿਆ ਹੋਇਆ ਵਾ ਤੇ ਸਾਰੇ ਕਾਰੋਬਾਰ ਚੱਲ ਰਹੇ ਆ ਤੇ ਦੁਕਾਨਾਂ ਵੀ ਖੁੱਲ ਰਹੀਆਂ ਵਾ, ਤਨਖਾਹਾਂ ਵੀ ਮਿਲ ਰਹੀਆਂ, ਪਰ ਤੁਹਾਡਾ ਜਿਹੜਾ ਹੱਕ ਕਿਉਂ ਦਬਾਇਆ ਜਾ ਰਿਹਾ? ਸਰ ਜੀ ਇਹ ਤਾਂ ਹੁਣ ਉਹਨਾਂ ਨੂੰ ਪਤਾ ਵਾ, ਅਸੀਂ ਤਾਂ ਹੁਣ ਕੀ ਕਹਿ ਸਕਦੇ, ਅਸੀਂ ਤਾਂ ਆਪਣੇ ਵੱਲੋਂ ਕੋਸ਼ਿਸ਼ ਪੂਰੀ ਕਰੀਦੀ, ਉਹਨਾਂ ਕੋਲੋਂ ਜਾਈਦਾ ਵਾ ਤੇ ਅਸੀਂ ਤਾਂ ਕਹਿੰਦੇ ਤੁਹਾਡਾ ਕੰਮ ਚੱਲਦਾ ਪਿਆ। ਉਹ ਆਂਦੇ ਕਿ ਸਾਡਾ ਕੰਮ ਤਾਂ ਹੈ ਹੀ ਨਹੀਂ ਆ। 5 ਘੰਟੇ 4 ਘੰਟੇ ਦੁਕਾਨਾਂ ਖੁੱਲਦੀਆਂ ਵਾ, 2 ਦਿਨ ਤਾਂ ਵੈਸੇ ਛੁੱਟੀ ਹੋ ਜਾਂਦੀ ਹੈ ਸ਼ਨੀ ਐਤਵਾਰ, ਬਾਕੀ ਦਿਨ ਤਾਂ ਆਂਦਾ ਕਿ ਉਦਾਂ ਹੀ ਵਿਹਲੇ ਬਹਿ ਕੇ ਅਸੀਂ ਘਰੇ ਚੱਲ ਜਾਂਦੇ ਜੇ ਕੋਈ ਦੁਕਾਨਦਾਰ ਵੀ ਆ ਤਾਂ। ਤੇ ਬਾਕੀ ਆ ਤੁਹਾਨੂੰ ਪਤਾ ਸਾਰੇ ਸਰਕਾਰੀ ਟੀਚਰ ਆ, ਕੋਈ ਆਪਣਾ ਆਰਮੀ ਦੇ ਵਿੱਚ ਆ, ਕੋਈ ਪੁਲਿਸ 'ਚ ਆ, ਕੋਈ ਡਾਕਟਰ ਆ, ਇਹ ਸਾਰੀਆਂ ਤਗੜੀਆਂ ਸਾਮੀਆਂ ਵਾ। ਪਰ ਇਹ ਆ ਕਿ ਉਹਨਾਂ ਦੀ ਸਰਕਾਰੀ ਉਹਨੇ ਤਨਖਾਹ ਤਾਂ ਪੈਣ ਦੀ ਆ। ਬਾਜ਼ਾਰ ਦਾ ਤਾਂ ਮਤਲਬ ਕਿ ਦੁਕਾਨਾਂ ਦੇ ਮੇਰੇ ਕੋਲ 1-2 ਬੱਚੇ ਆ, ਬਾਕੀ ਸਾਰੇ ਸਰਕਾਰੀ ਨੌਕਰੀਆਂ ਵਾਲੇ ਆ ਤੇ ਉਹ ਸਰਕਾਰੀ ਨੌਕਰੀਆਂ ਵਾਲੇ ਪੈਸੇ ਨਹੀਂ ਦਿੰਦੇ। ਤੁਹਾਨੂੰ ਕਿਤੇ ਨਾ ਕਿਤੇ ਹੁੰਦਾ ਕਿ ਪ੍ਰਸ਼ਾਸਨ ਕਿਵੇਂ ਕੰਮ ਕਰ ਰਿਹਾ ਵਾ ਕਿ ਤੁਹਾਡਾ ਹੱਕ ਦਬਾ ਰਿਹਾ? ਇੱਕ ਪਾਸੇ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਗਰੀਬ ਪਰਿਵਾਰ ਦੇ ਨਾਲ, ਮੱਧ ਵਰਗ ਦੇ ਨਾਲ ਖੜੇ ਹਾਂ। ਨਹੀਂ ਸਰ ਜੀ, ਕੋਈ ਸਰਕਾਰ ਨਾਲ ਨਹੀਂ ਖੜੀ। ਸਰਕਾਰ ਤਾਂ ਇੱਕ ਬੰਨੇ ਕਹਿ ਦਿੰਦੀ ਆ ਕਿ ਤੁਸੀਂ ਪੈਸੇ ਕੋਈ ਨਹੀਂ ਦੇਣੇ ਗੱਡੀਆਂ ਵਾਲਿਆਂ ਨੂੰ, ਠੀਕ ਆ ਜੀ। ਇੱਕ ਬੰਨੇ ਕਹਿ ਦਿੰਦੇ ਆ ਕਿ ਅਸੀਂ ਤੁਹਾਡੇ ਨਾਲ ਆ। ਸਰ ਜੀ ਇਹਨਾਂ ਨੇ ਪਹਿਲਾਂ ਮਤਲਬ ਕਿ ਸਿੰਗਲਾ ਸਾਹਿਬ ਨੇ ਇਹੋ ਗੱਲ ਕੀਤੀ ਸੀ ਕਿ ਸਕੂਲ ਗੱਡੀਆਂ ਦੇ ਪੈਸੇ ਨਹੀਂ ਦੇਣੇ। ਬਸ ਉਹੀ ਆ, ਜਦੋਂ ਜਾਈਦਾ ਉਹ ਆਂਦੇ ਕਿ ਸਰਕਾਰ ਨੇ, ਹਾਈ ਕੋਰਟ ਨੇ ਕਿਹਾ ਕਿ ਸਕੂਲ ਗੱਡੀਆਂ ਦੇ ਪੈਸੇ ਨਹੀਂ ਦੇਣੇ, ਉਹ ਘਰੇ ਖਲੋਤੀਆਂ ਵਾ, ਉਹਨਾਂ ਦੇ ਪੈਸੇ ਨਹੀਂ ਦੇਣੇ। ਬਸ ਉਹੀ ਗੱਲ ਫੜੀ ਹੋਈ ਆ ਕਿ ਹਾਈ ਕੋਰਟ ਨੇ ਕਿਹਾ ਕਿ ਸਕੂਲ ਗੱਡੀਆਂ ਦੇ ਪੈਸੇ ਨਹੀਂ ਦੇਣੇ। ਪਰ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਆ ਕਿ ਹਾਂ ਵੀ ਇਹਨਾਂ ਨੂੰ ਰਿਆਇਤ ਦਿੱਤੀ ਜਾਊਗੀ। ਨਹੀਂ ਸਰ ਜੀ, ਕੋਈ ਨਹੀਂ, ਹਜੇ ਤੱਕ ਸਾਨੂੰ ਕੋਈ ਮਦਦ ਨਹੀਂ ਪਹੁੰਚੀ, ਕੋਈ 1 ਰੁਪਈਏ ਦੀ ਮਦਦ ਨਹੀਂ ਪਹੁੰਚੀ। ਐਵੇਂ ਕਹੀਏ ਕਿ ਰੋਹ ਨਹੀਂ ਆਉਂਦਾ ਵਾ ਸਾਨੂੰ ਜੀ, ਜਦੋਂ ਘਰ ਬੱਚਿਆਂ ਦੇ ਵੇਖੀਦਾ ਨਾ, ਮੂੰਹ ਵੇਖੀ ਦੇ ਬੱਚੇ ਚੀਜ਼ ਮੰਗਦੇ ਇਹਨਾਂ ਦੇ, ਸਾਡੇ ਕੋਲ 1 ਰੁਪਈਆ ਨਹੀਂ ਕੋਲ ਹੈਗਾ, ਕਿੱਥੋਂ ਦਈਏ ਇਹਨਾਂ ਨੂੰ? ਇੱਕ ਆ ਟੈਨਸ਼ਨ ਪਾਤੀ ਹੈ ਕਿ ਆ ਫੀਸਾਂ ਤਾਰੋ, ਫੀਸਾਂ ਵੀ ਅਸੀਂ ਕਿੱਥੋਂ ਤਾਰੀਏ ਜੇ ਸਾਡੇ ਕੋਲ 1 ਰੁਪਈਆ ਨਹੀਂ ਹੈਗਾ। ਹੁਣ ਸਰਕਾਰ ਨੂੰ ਤਾਂ ਇਹ ਕਹਿੰਦੇ ਆ ਕਿ ਸਾਨੂੰ ਕੋਈ ਮਦਦ ਦੇਵੇ ਤੇ ਅਸੀਂ ਵੀ ਗਾਂ ਮਤਲਬ ਕਿ ਦੇਣ ਵਾਲੇ ਬਣੀ। ਜੇ ਸਾਡੇ ਕੋਲ ਪੈਸੇ ਹੋਣਗੇ, ਕੰਮ ਹੋਊਗਾ ਤੇ ਅਸੀਂ ਸਕੂਲਾਂ ਦਾ ਵੀ ਦੇਵਾਂਗੇ, ਬੱਚੇ ਵੀ ਆਪਣੇ ਪਾਲਾਂਗੇ। ਦੇਖਿਆ ਜੀ ਆਪਾਂ ਜਿਵੇਂ ਹਾਲਾਤ ਆ ਸਰਕਾਰ ਦੇ ਵਿੱਚ, ਸਿਰਫ ਲਾਕਡਾਊਨ ਕਰਕੇ ਸਿਰਫ ਡਰਾਈਵਰਾਂ ਦੇ ਨਾਲ ਨੂੰ ਪੂਰੇ ਵਰਗ ਨੂੰ ਜਿਹੜਾ ਇਹਦੇ ਨਾਲ ਪੂਰਾ ਨੁਕਸਾਨ ਤੇ ਘਾਟਾ ਪਿਆ ਹੋਇਆ। ਜਿਸ ਹਿਸਾਬ ਨਾਲ ਡਰਾਈਵਰ ਕਹਿ ਰਿਹਾ ਕਿ ਉਹਨਾਂ ਦਾ ਬਣਦਾ ਹੱਕ ਕਿ ਜੇ ਮੰਨ ਲਓ ਸਾਡੀਆਂ ਗੱਡੀਆਂ ਦਾ ਤੇਲ ਨਹੀਂ ਲੱਗਾ ਤੇ ਪਰ ਸਾਨੂੰ ਜਿਹੜਾ ਬਣਦਾ ਹੱਕ ਆ, ਜਿਵੇਂ ਸਾਡੇ ਕਾਗਜ਼ਾਂ ਦੇ ਖਰਚੇ ਆ, ਸਾਨੂੰ ਟੈਕਸ ਪੈ ਰਹੇ ਆ ਤੇ ਕਿਸ਼ਤਾਂ ਹੀ ਗੱਡੀਆਂ ਦੇ ਤਾਰ ਰਿਹਾ ਤੇ ਸਾਡੇ ਵੀ ਘਰ ਦੇ ਜਿਹੜੇ ਗੁਜ਼ਾਰੇ ਆ ਇਹਨਾਂ ਗੱਡੀਆਂ ਦੇ ਉੱਪਰੋਂ ਚੱਲਦੇ ਸੀ ਤੇ ਸਾਡੇ ਕੋਲ ਹੋਰ ਕੋਈ ਕਮਾਉਣ ਨੂੰ ਸਾਧਨ ਨਹੀਂ ਹੈਗਾ। ਲਾਕਡਾਊਨ ਦੌਰਾਨ ਜਿੱਥੇ ਹਰ ਇੱਕ ਮੱਧ ਵਰਗ ਨੂੰ ਜਿਹੜਾ ਨੁਕਸਾਨ ਪਹੁੰਚਿਆ ਹੈ, ਉੱਥੇ ਕਿ ਸਕੂਲ ਬੱਸਾਂ ਦੇ ਡਰਾਈਵਰਾਂ ਦੇ ਨਾਲ ਟੈਕਸੀ ਡਰਾਈਵਰਾਂ ਨੂੰ ਵੀ ਜਿਹੜਾ ਇਹਦਾ ਨੁਕਸਾਨ ਪਹੁੰਚਿਆ ਵਾ। ਕਿ ਹੁਣ ਸਾਡੇ ਨਾਲ ਟੈਕਸੀ ਡਰਾਈਵਰ ਮੌਜੂਦ ਨੇ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂ। ਵੀਰ ਜੀ, ਤੁਹਾਡਾ ਹਮਦਰਦ ਟੀਵੀ ਤੇ ਸਵਾਗਤ ਹੈ ਜੀ। ਧੰਨਵਾਦ ਸਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਹਮਦਰਦ ਟੀਵੀ ਤੇ। ਵੇਖੋ ਜੀ, ਸਾਡੇ ਇੱਥੇ ਸਾਹਮਣੇ ਬੱਸ ਸਟੈਂਡ ਆ ਜੀ, ਬੱਸਾਂ ਪੂਰੀਆਂ ਭਰਨ ਦੀਆਂ ਉੱਥੇ। ਮੈਂ ਪਿਛਲੇ ਐਤਵਾਰ ਗਿਆ ਸਾਂ, 2 ਸਵਾਰੀਆਂ ਭਾਈਆਂ, ਤੀਜਾ ਮੈਂ ਸੀ। 2000 ਰੁਪਏ ਦਾ ਮੈਂ ਚਲਾਨ ਕਟਾ ਕੇ ਆ ਗਿਆ। ਹਫ਼ਤੇ ਬਾਅਦ ਸਾਡੀ ਸਵਾਰੀ ਲੱਗਦੀ ਆ। ਚਲਾਨ ਤੁਹਾਡਾ ਜਿਹੜਾ 2000 ਦਾ ਕੱਟਿਆ ਗਿਆ, ਕਿਸ ਮੁੱਦੇ ਤੇ, ਕਿਸ ਤਹਿਤ ਕੱਟਿਆ ਗਿਆ? ਵੇਖੋ ਜੀ, 2 ਹੀ ਸਵਾਰੀਆਂ ਸੀ ਸਾਡੇ ਗੱਡੀ ਦੇ ਵਿੱਚ। ਬਸ ਉਹ ਕਹਿੰਦੇ ਸੀ ਕਿ ਇੱਥੇ ਤੁਹਾਡਾ ਚਲਾਨ ਬੰਦਾ, ਕਰਫਿਊ ਲੱਗਾ ਹੋਇਆ ਜੀ। ਸਾਨੂੰ ਕਹਿੰਦੇ ਕਿ ਤੁਹਾਡਾ ਹੁਕਮ ਆ ਜੀ ਮੰਨਣਾ, ਸ਼ਨੀਵਾਰ ਤੇ ਐਤਵਾਰ ਨਹੀਂ ਤੁਸੀਂ ਆ ਸਕਦੇ। ਇਸੇ ਕਰਕੇ ਅਸੀਂ 2000 ਦਾ ਚਲਾਨ ਕਟਾ ਕੇ ਆਏ ਜੀ। ਤੇ ਹੁਣ ਜਦੋਂ ਤੁਸੀਂ ਗਏ ਹੋ ਸ਼ਨੀਵਾਰ, ਉਹ ਦਿਨ ਬੱਸਾਂ ਚੱਲ ਰਹੀਆਂ ਸੀ? ਜੇ ਦਿਨ ਤੁਸੀਂ ਗਏ, ਸਾਰੀਆਂ ਗੱਡੀਆਂ ਵੀ ਚੱਲ ਰਹੀਆਂ ਸੀ, ਬੱਸਾਂ ਵੀ ਚੱਲ ਰਹੀਆਂ ਸੀ। ਹਫ਼ਤੇ ਬਾਅਦ ਗੇੜਾ ਲੱਗਦਾ ਕਿਤੇ ਇੱਕ ਅੱਧਾ। ਵੇਖੋ ਜੀ, ਅਸੀਂ 2000 ਦਾ ਚਲਾਨ ਕਟਾ ਕੇ ਆ ਜਾਂਗੇ, ਅਸੀਂ ਕੀ ਲਿਜਾਵੇਂ ਘਰੇ? ਰੋਡਵੇਜ਼ ਦੀਆਂ, ਪ੍ਰਾਈਵੇਟ, ਸਾਰੇ ਸਾਡੇ ਸਾਹਮਣੇ ਆ ਬੱਸ ਸਟੈਂਡ। ਮਤਲਬ ਕਿ ਰੋਜ਼ ਬੱਸਾਂ ਸਾਹਮਣੇ ਵੇਖ ਲਓ ਤੁਸੀਂ, ਆ ਬੱਸਾਂ 'ਚ ਸਵਾਰੀਆਂ ਬਹਿ ਨਹੀਂ ਹੋਣੇ ਤੁਹਾਡੇ ਸਾਹਮਣੇ, ਕਿੰਨੀਆਂ ਸਵਾਰੀਆਂ ਹੋਣਗੀਆਂ ਤੁਸੀਂ ਵੇਖ ਲਓ। ਸਾਡਾ ਕੋਈ ਸਹੂਲਤ ਨਹੀਂ ਸਾਨੂੰ ਹੈਗੀ ਜੀ। ਇੱਕ ਅੱਧਾ ਗੇੜਾ ਲੱਗਦਾ, ਜੇ ਹਫ਼ਤੇ ਬਾਅਦ ਲੱਗੇ ਤੇ ਅਸੀਂ ਚਲਾਨ
4-5 ਕਿਲੋਮੀਟਰ ਦੇ ਨਾਕਾ ਲੱਗ ਜਾਂਦੇ, ਕੀ ਕਰਾਂਗੇ ਦੱਸੋ ਜੀ, ਕਿੱਦਾਂ ਅਸੀਂ ਬੱਚੇ ਪਾਲਾਂਗੇ। ਮਤਲਬ ਜਦੋਂ ਤੁਸੀਂ ਜਾਂਦੇ ਜੇ 4-5 ਕਿਲੋਮੀਟਰ ਦੇ ਉੱਤੇ ਨਾਕਾ ਆਉਂਦਾ ਵਾ, ਨਾਕੇ ਤੇ ਤੁਹਾਨੂੰ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜੀ? ਸਾਹਮਣੇ ਵੇਖੋ ਜੀ ਵਲੰਟਰੀ ਤੇ ਖੜੇ ਹੁੰਦੇ ਆ, ਵਿਖਾਓ ਜੀ ਕਾਗਜ਼ ਵਿਖਾਓ, ਕਿਸੇ ਵੇਲੇ ਹੁਣ ਮਜਬੂਰੀ ਆ, ਕਿਸੇ ਵੇਲੇ 3 ਵੀ ਕਿਸੇ ਨੇ ਜਾਣਾ, ਕਿਸੇ ਦੇ ਮਤਲਬ ਕਿ ਮਜਬੂਰੀ 4 ਜੀ ਵੀ ਬਹਿ ਜਾਂਦੇ ਆ। ਮਤਲਬ ਕਿ ਸਾਨੂੰ ਤੇ ਇਹੋ ਕਹਿੰਦੇ ਆ ਕਿ 2 ਤੋਂ ਬਾਅਦ ਲੋੜ ਨੂੰ ਮਾਰਕਸ ਲਾਓ, ਚਲੋ ਉਹ ਤੇ ਅਸੀਂ ਲਾਉਣੇ ਆ ਜੀ। ਬਾਕੀ ਕਿਸੇ ਵੇਲੇ ਮਜਬੂਰੀ ਦੇ ਟਾਈਮ ਕਿਸੇ ਨੂੰ ਜਾਣਾ ਪੈਂਦਾ, 4 ਜੀ ਵੀ ਗੱਡੀ 'ਚ ਬੈਠੇ ਆ, ਪਰ ਸਾਡਾ ਉੱਥੇ ਚਲਾਨ ਕੱਟਿਆ ਜਾਂਦਾ, ਕਹਿੰਦੇ 2 ਜਣੇ ਹੋਣੇ ਚਾਹੀਦੇ। ਦੱਸੋ ਕੀ ਕਰਾਂਗੇ, ਇਹ ਮੁਸ਼ਕਲ ਸਾਨੂੰ ਬਹੁਤ ਆ ਜੀ। ਮਤਲਬ ਕਿ ਸਵਾਰੀ ਹੁਣ ਆਉਂਦੀ ਨਹੀਂ ਆ, ਅੱਗੇ 3-4 ਜਣੇ ਜਾਂਦੇ ਸੀ ਤੇ ਜਾਂਦੇ ਹਾਂ, ਹੁਣ ਮਹਾ ਇੱਕ ਅੱਧੀ ਸਵਾਰੀ ਆਉਂਦੀ ਆ, ਮਤਲਬ ਕਿ 2 ਜਣੇ ਲੋਡ ਕੀਤੇ ਉਦੋਂ ਸਾਨੂੰ ਤੰਗੀ ਆ ਜੀ। ਹਾਂਜੀ, ਮਤਲਬ ਇਸ ਟਾਈਮ ਜੇ ਦੇਖਿਆ ਜਾਵੇ ਲਾਕਡਾਊਨ ਦੌਰਾਨ ਜਿਹੜੇ ਸਾਰੇ ਕਾਰੋਬਾਰ ਉਹ ਬੰਦ ਕੀਤੇ ਗਏ ਆ, 2 ਸਵਾਰੀਆਂ ਦਾ ਨਾਲ ਫਿਰ ਤੁਹਾਡਾ ਘਰ ਦਾ ਗੁਜ਼ਾਰਾ ਉਹ ਕਿਵੇਂ ਚੱਲ ਰਿਹਾ? ਬਹੁਤ ਔਖਾ ਜੀ ਘਰ ਦਾ ਗੁਜ਼ਾਰਾ। ਵੇਖੋ ਜੀ, ਇਹ ਹਫਤੇ 'ਚ ਇੱਕ ਦਿਨ ਜਾਵਾਂਗੇ ਤੇ 4-5 ਦਿਨ ਸਵਾਰੀ ਨਹੀਂ ਹੁੰਦੀ, ਔਖਾ ਹੀ ਹੋ ਗਿਆ ਜੀ ਬਹੁਤ। ਆ ਤਾਜ ਤੁਹਾਡੇ ਸਾਹਮਣੇ ਫੜੀ ਕੁੱਟੀ ਜਾਂਦੇ ਪਏ ਆ ਜੀ, ਤੇ ਜੇ ਸਾਨੂੰ ਰਾਹ 'ਚ ਕੋਈ ਘੇਰ ਲਾ 100-200 ਰੁਪਇਆ ਸਾਨੂੰ ਉਹ ਦੇਣਾ ਪੈਂਦਾ, ਔਖਾ ਹੀ ਆ ਜੀ ਸਾਡਾ ਇਹ ਕੰਮ, ਬਹੁਤ ਔਖਾ ਹੋਇਆ ਪਿਆ। ਤੁਹਾਡੇ ਸਾਹਮਣੇ ਬੈਠੇ ਆ, ਤਾਜ ਫੜੀ ਆ, ਖੇਡੀ ਜਾਂਦੇ ਆ, ਏਦਾਂ ਹੀ ਬਹਿ ਕੇ ਸ਼ਾਮੀ ਅਸੀਂ ਚੱਲ ਜਾਣਾ। ਮਤਲਬ ਜਿਵੇਂ ਸਰਕਾਰ ਵੱਲੋਂ ਲਾਕਡਾਊਨ ਦੌਰਾਨ ਇੱਕ ਤਾਂ ਸਹੂਲਤ ਦਿੱਤੀ ਗਈ ਹੈ ਮੱਧ ਵਰਗ, ਕਿ ਇਹਨਾਂ ਦੇ ਟੈਕਸ ਇੰਸ਼ੋਰੈਂਸਾਂ ਮਾਫ ਕੀਤੇ ਜਾਣਗੇ? ਸਾਨੂੰ ਕੋਈ ਨਹੀਂ ਜੀ, ਇਹ ਦੇਣਾ ਹੀ ਪੈਣਾ। ਜੇ ਕੋਈ ਲੋਨ ਆ ਦੇਣਾ, ਕਿਸ਼ਤ ਦੇਣੀ ਹੀ ਪੈਣੀ ਹੈ ਸਾਨੂੰ ਦੇਣੀ। ਬੈਂਕ ਵਾਲੇ ਵੀ ਕਹਿੰਦੇ ਆ ਕਿ ਸਾਡੀ ਕਿਸ਼ਤ ਦਿਓ, ਸਾਨੂੰ ਕੋਈ ਨਹੀਂ ਛੋਟ ਹੈਗੀ, ਸਾਨੂੰ ਦੇਣਾ ਹੀ ਪੈਣਾ। ਕਿੰਨੀਆਂ ਭਰਾਵਾਂ ਦੀ ਤੇ ਕਿਸ਼ਤਾਂ ਦੇ ਵੀ ਗੱਡੀਆਂ ਵਾ, ਮਹੀਨੇ ਬਾਅਦ ਦੇਣਾ ਹੀ ਪੈਣਾ ਜੀ। ਉਹ ਬੈਂਕ ਵਾਲੇ ਕਹਿੰਦੇ ਦੋ ਜੀ, ਦੇਣਾ ਹੀ ਪੈਣਾ। ਔਖਾ ਹੋਇਆ ਪਿਆ ਜੀ, ਕੁੱਲ ਮਿਲਾ ਕੇ ਸਾਡਾ ਔਖਾ ਹੋਇਆ ਪਿਆ ਜੀ। ਮਤਲਬ ਜਿਵੇਂ ਬੱਸਾਂ ਵਾਲੇ ਬੱਸ ਦੇ ਵਿੱਚ ਪੂਰੀਆਂ ਜਿਹੜੀਆਂ ਸਮਰੱਥਾ ਦੇ ਨਾਲ ਸਵਾਰੀਆਂ ਬਿਠਾ ਰਹੇ ਨੇ, ਤੇ ਤੁਹਾਨੂੰ ਉਸ ਟਾਈਮ ਨਾਲ ਕੀ ਲੱਗਦਾ ਕਿ ਤੁਹਾਡੇ ਨਾਲ ਧੱਕਾ ਹੋ ਰਿਹਾ ਕਿ ਜਿਹੜੀ 2 ਸਵਾਰੀਆਂ 7 ਸੀਟਰ ਗੱਡੀ ਆ, 7 ਸੀਟਰ ਦੇ ਵਿੱਚ 2 ਸਵਾਰੀਆਂ, ਤੇ ਫਿਰ ਗੁਜ਼ਾਰਾ ਕਿਵੇਂ, ਗੱਡੀ ਦਾ ਤੇਲ ਪਾਣੀ ਕਿਵੇਂ ਖਰਚਾ ਨਿਕਲਦਾ? ਔਖਾ ਹੀ ਹੈ ਜੀ। ਵੇਖੋ ਜੀ, ਬੱਸ ਦੇ ਵਿੱਚ 25 ਜਾਂ 30 ਸਵਾਰੀਆਂ ਬੈਠੀਆਂ, ਹੁਣ ਕਿਸੇ ਤੋਂ ਵੱਡੀ ਗੱਡੀ, ਕਿਸੇ ਕੋ ਛੋਟੀ ਗੱਡੀ, ਉਹਦੇ ਵਿੱਚ ਵੀ 2 ਹੀ ਕਹਿੰਦੇ, ਸਾਡੀ ਛੋਟੀ ਗੱਡੀ ਦੇ 'ਚ 2 ਹੀ ਕਹਿੰਦੇ ਆ। ਹੁਣ ਐਮਰਜੈਂਸੀ ਕਿਸੇ ਨੂੰ ਜਾਣਾ ਪੈਂਦਾ, 4 ਜਣੇ, ਉਹ ਕਹਿੰਦੇ ਜੀ ਚਲਾਨ ਕੱਟਿਆ ਜਾਣਾ, ਕੋਈ ਜਾਂਦਾ ਵੀ ਨਹੀਂ ਸਾਡੇ ਨਾਲ। ਅਸੀਂ ਇਸੇ ਕਰਕੇ ਵਿਹਲੇ ਵੀ ਰਹਿ ਜਾਂਦੇ ਹਾਂ ਜੀ। ਜੇ ਕਿਸੇ ਨੂੰ ਜ਼ਰੂਰੀ ਜਾਣਾ ਪੈਂਦਾ ਕੰਮ, ਉਹ ਕਹਿੰਦੇ 4 ਸਵਾਰੀਆਂ ਤੁਹਾਡੀਆਂ, ਅਸੀਂ ਕਹਿੰਦੇ 2 ਸਵਾਰੀਆਂ, 2 ਕਰਕੇ ਸਾਨੂੰ ਉਹ ਕਹਿੰਦੇ, ਅਸੀਂ ਕਹਿੰਦੇ 2 ਲਿਜਾਣੀਆਂ ਨਹੀਂ ਤੇ 4 ਜਣੇ ਲਿਜਾ ਨਹੀਂ ਸਕਦੇ। ਕੀ ਕੋਈ ਨਹੀਂ ਜੀ, ਵੇਖੋ ਕਿਸੇ ਨੂੰ ਮਿਲਿਆ ਨਹੀਂ, ਕਿਸੇ ਸਟੇਟ ਦੇ ਵਿੱਚ ਨਹੀਂ ਅਜੇ ਤੱਕ ਮਿਲਿਆ। ਪਹਿਲਾਂ ਦਿੱਲੀ ਕਹਿੰਦੇ ਸੀ, ਉੱਥੋਂ ਪਤਾ ਨਹੀਂ ਮਿਲਿਆ ਤਾਂ ਨਹੀਂ ਮਿਲਿਆ। ਪੰਜਾਬ ਦੇ ਵਿੱਚ ਵੈਸੇ ਟੈਕਸ ਜ਼ਿਆਦਾ, ਜੇ ਅਸੀਂ ਬਾਹਰ ਜਾਂਦੇ ਆ, ਵੇਖੋ ਆਪਦਾ ਸ਼ਹਿਰ ਛੱਡ ਕੇ ਦੂਜੇ ਸ਼ਹਿਰ 'ਚ ਐਂਟਰੀ ਕਰਦੇ, ਉੱਥੇ ਨਾਕਾ ਹੁੰਦਾ, ਉਹ ਡੱਕ ਲੈਂਦਾ। ਪਹਿਲੀ ਗੱਲ ਤਾਂ 500 ਰੁਪਏ ਦਾ ਉਹਦੇ ਚਲਾਨ ਕਰਾਓ ਜੇ 2 ਸਵਾਰੀਆਂ ਦੇ ਸਰਕਾਰ ਵੱਲੋਂ ਦਿੱਤਾ ਸਾਨੂੰ। ਤੇ ਜੇ ਕਿਸੇ ਕੋਲੇ ਸਵਾਰੀ ਵੱਧ ਆ, ਉਹਨੂੰ 2-2000 ਦਾ ਵੀ ਚਲਾਨ ਹੋਣ ਡਿਆ। ਤੇ ਤੇਲ ਇੰਨਾ ਮਹਿੰਗਾ ਹੋ ਗਿਆ ਉੱਪਰ ਤੋਂ, ਵੀ ਸਵਾਰੀ ਲਾਊ ਤੇ ਬੱਚੇ ਪਾਲੂ, ਤੇ ਬਹੁਤ ਮਾੜਾ ਹਾਲਾਤ ਨੇ। ਪਰਮਿਟ ਤੇ ਗੱਡੀਆਂ ਨੇ ਜਿਨ੍ਹਾਂ ਦੀਆਂ, ਉਹਨਾਂ ਨੂੰ ਟੈਕਸ ਪਈ ਜਾਂਦਾ, ਕਿਸ਼ਤਾਂ ਵਾਲਿਆਂ ਨੂੰ ਕਿਸ਼ਤਾਂ ਪਈ ਜਾਂਦੀਆਂ ਨੇ, ਬੈਂਕ ਵਾਲਿਆਂ ਦੇ ਮੈਸੇਜ ਆਈ ਜਾਂਦੇ ਨੇ ਤੇ ਵੀ ਕਿਸ਼ਤਾਂ ਤਾਰੋ, 5-5 ਕਿਸ਼ਤਾਂ। ਸਕੂਲਾਂ ਵਾਲੇ ਵੇਖੋ ਫੀਸਾਂ ਮੰਗੀ ਜਾਂਦੇ ਆ, ਤੇ ਸਕੂਲਾਂ ਵਾਲੀਆਂ ਗੱਡੀਆਂ ਲਾ ਲਓ ਤੁਸੀਂ, ਉਹ ਵੀ ਵਿਹਲੇ ਬੈਠੇ ਵਿਚਾਰੇ। ਬਿਜਲੀ ਵਾਲੇ ਬਿੱਲ ਘੱਲੀ ਜਾਂਦੇ ਆ, ਜੋ ਵੀ ਖਰਚਾ ਰੋਜ਼ ਦਾ ਡੇਲੀ ਜਾਨੀ ਕਿ ਹੋ ਹੀ ਜਾਂਦਾ। ਤੇ ਸਵਾਰੀ ਪਹਿਲੀ ਗੱਲ ਤਾਂ ਆਉਂਦੀ ਨਹੀਂ, ਜੇ 10-15 ਦਿਨ ਬਾਅਦ ਕਿਸੇ ਨੂੰ ਆਉਂਦੀ ਵੀ ਹੈਗੀ ਆ, ਉਹ ਚਲਾਨ ਕਰਾ ਕੇ ਆ ਜਾਂਦਾ। ਘੱਟ ਤੋਂ ਘੱਟ 500 ਰੁਪਏ ਦਾ ਤਾਂ ਹੁੰਦਾ ਹੀ ਹੁੰਦਾ ਨਾ, ਜਿੱਥੇ ਵੀ ਜਾਂਦਾ ਕੋਈ। ਮੰਨ ਲਓ ਆਪਦੇ ਸ਼ਹਿਰ ਨਹੀਂ ਹੁੰਦਾ, ਦੂਜੇ ਸ਼ਹਿਰ ਐਂਟਰੀ ਕਰਦਿਆਂ ਸਾਰੀ ਮਾਸਕ ਲਾਇਆ ਹੈ, ਸਾਰਾ ਕੁਝ ਹੈਗਾ ਹੈ, ਤਾਂ ਵੀ ਉਹਨਾਂ ਦੇ ਸਾਨੂੰ ਸਰਕਾਰ ਵੱਲੋਂ ਹਦਾਇਤ ਆ ਵੀ 500 ਰੁਪਏ ਦਾ ਚਲਾਨ ਕਰਾਓ, ਨਹੀਂ ਤਾਂ ਗੱਡੀ ਬੰਦ ਕਰ ਦੇਣੀ। ਦੱਸੋ ਅਸੀਂ ਕੀ ਕਰੀਏ, ਕਿੱਧਰ ਨੂੰ ਜਾਈਏ? ਨਾ ਅਸੀਂ ਕੋਈ ਕੰਮ ਕਰਨ ਜੋਗੇ ਆ। ਕਈ ਤਾਂ ਵਿਚਾਰੇ ਸਾਡੇ ਭਰਾ ਹੀ ਆ, ਰੇਹੜੀਆਂ ਲਾ ਕੇ ਸਬਜ਼ੀ ਵੇਚਣ ਡਿਆ ਬਾਜ਼ਾਰ ਦੇ ਵਿੱਚ। ਹੁਣ ਗੁਜ਼ਾਰਾ ਤਾਂ ਕਰਨਾ ਕਿਸੇ ਨਾ ਕਿਸੇ ਹਿਸਾਬ ਨਾਲ, ਤੇ ਇੱਥੇ ਮਹੀਨਾ ਵੀ ਲੰਘ ਜਾਂਦਾ। ਸਵਾਰੀ ਪਹਿਲੀ ਗੱਲ ਤਾਂ ਆਉਂਦੀ ਨਹੀਂ, ਜੇ ਆਉਂਦੀ ਆ ਤਾਂ ਪੁਲਿਸ ਨੂੰ ਦੇਣੇ ਪੈਂਦੇ ਆ, ਚਲਾਨ ਹੋ ਜਾਂਦਾ। ਬਸ ਇਹੀ ਕੁਝ ਆ ਜੀ। ਮਤਲਬ ਜੇ ਹਿਸਾਬ ਨਾਲ ਸਰਕਾਰ ਕਹਿ ਰਹੀ ਆ ਕਿ ਅਸੀਂ ਮੱਧ ਵਰਗ ਦੇ ਨਾਲ ਗਰੀਬ ਵਰਗ ਦੇ ਨਾਲ ਖੜੀ ਆ, ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ, ਪਰ ਇਦਾਂ ਦਾ ਕੋਈ ਤੁਹਾਡੇ ਨਾਲ ਅਜੇ ਤੱਕ ਇਦਾਂ ਦਾ ਮਸਲਾ ਹੋਇਆ ਕਿ ਉਹ ਮੋਢੇ ਨਾਲ ਮੋਢਾ ਜੋੜ ਕੇ ਤੁਹਾਡੇ ਨਾਲ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਸਾਥ ਦਿੱਤਾ ਹੋਵੇ? ਵੇਖੋ ਜੀ, ਤੁਸੀਂ ਵੀ ਰੋਜ਼ ਜਨਤਾ ਦੇ ਵਿੱਚ ਰਹਿੰਦੇ ਜੀ, ਜਾਂ ਤਾਂ ਕਿਸੇ ਦੇ ਖਾਤੇ ਦੇ ਵਿੱਚ ਕੋਈ ਪੈਸੇ 500 ਰੁਪਇਆ ਵੀ ਸਰਕਾਰ ਵੱਲੋਂ ਟੈਕਸੀ ਡਰਾਈਵਰ, ਬੱਸ ਡਰਾਈਵਰ, ਸਕੂਲ ਬੱਸ ਡਰਾਈਵਰ ਦੇ ਆਇਆ, ਤੁਸੀਂ ਦੱਸ ਦਿਓ ਜੇ ਆਇਆ ਤਾਂ ਸਰਕਾਰ ਨੂੰ ਤੁਸੀਂ ਵੀ ਪੁੱਛ ਸਕਦੇ, ਤੁਹਾਡੇ ਜਰੀਏ ਅਸੀਂ ਵੀ ਪੁੱਛ ਸਕਦੇ ਹਾਂ, ਪਰ ਕਿਸੇ ਨੂੰ ਅਜੇ ਤੱਕ ਸਰਕਾਰ ਵੱਲੋਂ ਇਹੋ ਜਿਹੀ ਸਹੂਲਤ ਨਹੀਂ ਮਿਲੀ। ਕਿਹਾ ਵਾ ਕਿ 2 ਸਵਾਰੀਆਂ ਜੇ ਗੱਡੀ ਦੇ ਵਿੱਚ ਤੇ ਤੀਜਾ ਡਰਾਈਵਰ, ਤੇ ਫਿਰ ਵੀ ਜਿਹੜਾ ਚਲਾਨ ਤੁਹਾਡਾ ਬਣਦਾ ਨਹੀਂ, ਫਿਰ ਚਲਾਨ ਕਾਹਦਾ ਕੱਟ ਰਹੇ ਨੇ? ਵੇਖੋ ਜੀ, ਸਰਕਾਰ ਕਹੀ ਜਾਂਦੀ ਸਾਡਾ ਖਜ਼ਾਨਾ ਖਾਲੀ ਆ। ਹੁਣ 5 ਮਹੀਨੇ ਹੋ ਗਏ ਲਾਕਡਾਊਨ ਨੂੰ, ਖਜ਼ਾਨਾ ਹੀ ਭਰਨ ਡਿਆ। ਸਰਕਾਰ ਆਪ ਦੀਆਂ ਤਨਖਾਹਾਂ ਬਿੱਲ ਪਾਸ ਕਰਕੇ, ਜਿਹਦੀ 75,000 ਉਹਦੀ 1.5 ਲੱਖ ਕੀਤੀ ਜਾਂਦੀ, ਜਿਹਦੀ 2 ਲੱਖ ਉਹਦੀ 4 ਕੀਤੀ ਜਾਂਦੇ ਆ। ਤੇ ਦੂਜਿਆਂ ਨੂੰ ਵੇਖੋ ਕਹਿੰਦੇ ਸਾਡਾ ਖਜ਼ਾਨਾ ਖਾਲੀ ਆ। ਨਾ ਤਾਂ ਕਿਸੇ ਨੂੰ ਕੋਈ ਪਿੰਡ ਦੇ ਵਿੱਚ ਮਿਲ ਡਿਆ, ਨਾ ਸ਼ਹਿਰ ਦੇ ਵਿੱਚ ਮਿਲ ਡਿਆ, ਨਾ ਕਿਸੇ ਨੂੰ ਡਰਾਈਵਰ ਨੂੰ ਮਿਲ ਡਿਆ। ਕਹਿੰਦੇ 500 ਤੁਹਾਡੇ ਹਰ ਮਹੀਨੇ ਖਾਤੇ ਜਾਏਗਾ, ਕਿਤੇ ਕਹਿੰਦੇ 5-5 ਹਜ਼ਾਰ ਆਏਗਾ।
ਕੁਛ ਨਹੀਂ ਆਉਣ ਡਿਆ, ਜਾਣੀ ਕਿਸ਼ਤਾਂ ਵਾਲੇ ਤੰਗ ਕੀਤੀ ਜਾਂਦੇ ਆ, ਸਾਰੇ ਬੰਨੇ ਪਰੇਸ਼ਾਨੀ ਆ ਜੀ। ਜਿਵੇਂ ਤੁਹਾਡੇ ਘਰ ਦੇ ਵਿੱਚ ਮੈਂਬਰ ਕਿੰਨੇ ਨੇ? 4 ਮੈਂਬਰ ਜੀ ਅਸੀਂ। ਤੇ 4 ਮੈਂਬਰ ਦੇ ਵਿੱਚੋਂ ਕਮਾਉਣ ਵਾਲੇ ਕਿੰਨੇ? ਮੈਂ ਇਕੱਲਾ ਜੀ। ਫਿਰ ਇਸ ਟਾਈਮ ਜਿਹੜਾ ਲਾਕਡਾਊਨ ਦੌਰਾਨ ਇੱਕ ਤਾਂ ਤੁਸੀਂ ਇਹ ਕੰਮ ਬੰਦ ਪਏ ਨੇ, ਪਰ ਸਰਕਾਰ ਵੀ ਸਹੂਲਤ ਨਹੀਂ ਦੇ ਰਹੀ, ਤੇ ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ? ਘਰ ਦਾ ਗੁਜ਼ਾਰਾ ਇਦਾਂ ਆ, ਜਿਹੜੇ ਕੋਲ ਹੈਗੇ ਸੀ ਲਾਗੇ ਆ, ਕੋਈ ਵਿਆਜੀ ਲੈ ਲਓ ਜਾਂ ਕੋਈ ਬੈਂਕ ਤੋਂ ਲੋਨ ਲੈ ਲਓ, ਜਿਹੜੇ ਲਏ ਉਹ ਖਾਦੇ ਪੀਤੇ ਜਾਂਦੇ, ਇਹੋ ਕੰਮ ਹੀ ਆ। ਡਰਾਈਵਰਾਂ ਨੂੰ ਤਾਂ ਸਾਰੇ ਪਾਸੇ ਨੁਕਸਾਨ ਆ। ਮੰਨ ਲਓ ਇੱਥੋਂ ਸਵਾਰੀ ਲੈ ਕੇ ਅਸੀਂ ਅੰਮ੍ਰਿਤਸਰ ਜਾਣ ਡੇ, ਸਾਨੂੰ ਤਰਨਤਾਰਨ ਨਹੀਂ ਟੱਪਣ ਦਿੰਦੇ। ਇੱਥੇ ਨਾ ਰੋਕਣਗੇ ਅਸੀਂ ਬਗਾਰ ਮੂਰ ਦਿੰਦੇ, ਚਲੋ ਜਾਣ ਪਛਾਣ ਹੁੰਦੀ ਆ ਆਪਦੇ ਸ਼ਹਿਰ ਦੇ ਵਿੱਚ, ਇੱਥੇ ਨਹੀਂ ਰੋਕਦੇ ਸਾਨੂੰ ਕੋਈ ਆਪਦੇ ਪੱਟੀ ਸ਼ਹਿਰ ਦੇ ਵਿੱਚ। ਜਦੋਂ ਅਸੀਂ ਤਰਨਤਾਰਨ ਸਾਨੂੰ ਟੱਪਣ ਨਹੀਂ ਦਿੰਦੇ, ਜੇ ਅੰਮ੍ਰਿਤਸਰ ਐਂਟਰੀ ਮਾਰਦੇ ਆ ਤਾਂ ਉੱਥੇ ਮੰਨ ਲਓ ਬਾਹਰ ਹੀ ਖੜੇ ਬਾਈਪਾਸ ਤੇ ਕਹਿੰਦੇ ਤੁਹਾਡਾ ਚਲਾਨ ਬਣਦਾ ਹੀ ਬਣਦਾ। ਸਾਨੂੰ ਸਰਕਾਰ ਵੱਲੋਂ ਹਦਾਇਤ ਆ, ਹਰ ਕਿਸੇ ਨੇ 10 ਚਲਾਨ ਕੱਟਣੇ ਹੀ ਕੱਟਣੇ। ਅਸੀਂ ਦੱਸੋ ਕਿਹੜੇ ਪਾਸੇ ਜਾਈਏ? ਹੁਣ ਇਹ ਤਾਂ ਖਜ਼ਾਨਾ ਭਰਨ ਦੇ, ਇੱਕ ਤਾਂ ਕਰੋਨਾ ਮਹਾਮਾਰੀ ਦੇ ਆੜ ਦੇ ਵਿੱਚ ਧੱਕੇ ਦੇ ਨਾਲ ਚਲਾਨ ਕੱਟਣ ਵਾਲਾ ਸਿਸਟਮ। ਇਹ ਧੱਕੇ ਨਾਲ ਹੀ ਆ ਸਰ। ਵੇਖੋ ਜਦੋਂ ਕਹਿੰਦੇ ਸਾਨੂੰ ਸਰਕਾਰ ਵੱਲੋਂ ਹੁਕਮ ਆ ਵੀ ਅਸੀਂ ਚਲਾਨ ਕੱਟਣੇ ਹੀ ਕੱਟਣੇ, ਚਾਹੇ ਬਣਦਾ ਚਾਹੇ ਨਹੀਂ ਬਣਦਾ, ਸਾਰੇ ਪੇਪਰ ਪੂਰੇ ਆ, ਸਾਰਾ ਕੁਝ ਪੂਰਾ। 2 ਸਵਾਰੀਆਂ ਮਾਸਕ ਲਾਇਆ ਹੈ, ਇੱਕ ਡਰਾਈਵਰ 2 ਸਵਾਰੀਆਂ ਪਿੱਛੇ ਬੈਠੀਆਂ, ਉਹਦਾ ਵੀ ਕੱਟੀ ਜਾਂਦੇ ਆ। ਇਹ ਤਾਂ ਫਿਰ ਧੱਕੇ ਨਾਲ ਹੀ ਆ। ਸਰਕਾਰ ਖਜ਼ਾਨਾ ਭਰਨ ਤੇ ਹੋਈ ਆ, ਧੱਕਾ ਕੀਤੀ ਜਾਂਦੀ, ਹਰ ਕਿਸੇ ਨਾਲ ਧੱਕਾ ਹੋਣ ਡਿਆ। ਹੁਣ ਜਿਹੜੇ ਚੰਗੇ ਭਲੇ ਘਰਾਂ ਦੇ ਵਿੱਚ ਬੈਠੇ ਉਹਨੂੰ ਸਰਕਾਰ ਚੁੱਕ ਕੇ ਲਈ ਜਾਂਦੀ ਆ, ਉਹ ਵੀ ਧੱਕਾ ਹੀ ਆ। ਕਹਿੰਦੇ ਤੁਹਾਡਾ ਟੈਸਟ ਬੰਦ ਆ, ਉਹਨੂੰ ਜਾ ਕੇ ਦਾਖਲ ਕਰਕੇ 10-15 ਦਿਨ, ਬਾਕੀ ਚੀਜ਼ਾਂ ਨੂੰ ਘਰਾਂ 'ਚ ਬੰਦ ਕਰ ਦਿੰਦੇ ਆ, ਉਹਨੂੰ ਹਸਪਤਾਲ ਬੰਦ ਕਰ ਦਿੰਦੇ, ਨਾ ਕਿਸੇ ਬੰਨੇ ਆਉਣ ਜੋਗਾ ਨਾ ਜਾਣ ਜੋਗਾ। ਕੀ ਕਰੇਗਾ ਮਾੜਾ ਬੰਦਾ ਦੱਸੋ? ਕੁੱਲ ਮਿਲਾ ਕੇ ਸਭ ਔਖਾ ਏ, ਸਾਰੇ ਪਾਸੇ ਧੱਕਾ ਜੀ। ਜਿਵੇਂ ਕਿ ਆਪਾਂ ਲਗਾਤਾਰ ਦੱਸ ਰਹੇ ਹਾਂ ਕਿ ਪਹਿਲਾਂ ਆਪਾਂ ਸਕੂਲ ਡਰਾਈਵਰਾਂ ਦੇ ਹਾਲਾਤ ਦੱਸੇ, ਉਸ ਤੋਂ ਬਾਅਦ ਜਿਹੜੇ ਟੈਕਸੀ ਡਰਾਈਵਰਾਂ ਦੇ ਹਾਲਾਤ ਦੱਸੇ ਆ। ਹੁਣ ਸਾਡੇ ਨਾਲ ਜਿਹੜੇ ਰੋਡਵੇਜ਼ ਦੇ ਅਧਿਕਾਰੀ, ਜਿਹੜੇ ਕੰਡਕਟਰ, ਉਹ ਵੀ ਸਾਡੇ ਨਾਲ ਮੌਜੂਦ ਨੇ, ਆਪਾਂ ਉਹਨਾਂ ਤੋਂ ਪੁੱਛਦੇ ਹਾਂ। ਤੇ ਜਿਵੇਂ ਲਾਕਡਾਊਨ ਦੌਰਾਨ ਸਰਕਾਰ ਦੀਆਂ ਹਦਾਇਤਾਂ ਨੇ ਕਿ 50% ਦੇ ਹਿਸਾਬ ਨਾਲ ਜਿਹੜੀਆਂ ਸਵਾਰੀਆਂ ਕਰਨੀਆਂ, ਉਸ ਹਿਸਾਬ ਨਾਲ ਜਿਹੜਾ ਤੁਹਾਡਾ ਰੁਜ਼ਗਾਰ ਉਹ ਕਿਵੇਂ ਕਰਦੇ? ਸਾਨੂੰ ਤਾਂ ਤਨਖਾਹ ਸਰ ਪ੍ਰੋਪਰ ਮਿਲ ਰਹੀ ਹੈ, ਪਰ ਰੋਡਵੇਜ਼ ਦਾ ਘਾਣ ਹੁੰਦਾ ਹੈ ਤੇ ਪ੍ਰਾਈਵੇਟ ਨੂੰ ਪ੍ਰਾਈਵੇਟ ਨੂੰ ਪ੍ਰੋਫਿਟ ਦੇਣ ਦੀ ਖਾਤਰ 50% ਸਵਾਰੀਆਂ ਦਾ ਪ੍ਰੋਸੈਸ ਸਰਕਾਰ ਨੇ ਚਲਾਇਆ। ਇਹ ਹਿਸਾਬ ਨਾਲ ਜਿਵੇਂ ਤੁਹਾਨੂੰ 50% ਦੇ ਹਿਸਾਬ ਨਾਲ ਦਿੱਤਾ, ਤੇ ਪ੍ਰਾਈਵੇਟ ਵਾਲੇ ਉਹ ਕਿਸ ਹਿਸਾਬ ਨਾਲ ਜਿਹੜੀਆਂ ਸਵਾਰੀਆਂ ਬਿਠਾ ਰਹੇ ਨੇ? ਉਹਦਾ ਸਰ ਲੈਣਾ ਲਾ ਕੇ ਖੜਦੇ ਆ, ਫੁੱਲ ਤੋਣਗੇ, ਉਹਨਾਂ ਨੂੰ ਕੋਈ ਨਹੀਂ ਫੁੱਲ। ਅਸੀਂ ਸਵਾਰੀ 25 ਤੋਂ ਵੱਧ ਪਾਉਣੇ ਆ ਤਾਂ ਸਾਡੇ ਇੰਸਪੈਕਟਰ ਰਿਪੋਰਟ ਕਰਦੇ ਆ। ਇਸ ਹਿਸਾਬ ਨਾਲ ਜਿਹੜੀ ਪ੍ਰਾਈਵੇਟ ਵਾਲੇ ਸਵਾਰੀਆਂ ਪੂਰੀ ਸਮਰੱਥਾ ਨਾਲ ਬਿਠਾ ਕੇ ਖੜ ਰਹੇ, ਲਾਈਨ ਲਗਾ ਕੇ, ਉਹਨਾਂ ਦੇ ਉੱਪਰ ਕੋਈ ਪੁਲਿਸ ਕਾਰਵਾਈ ਜਾਂ ਉਹਨਾਂ ਦੇ ਕੋਈ ਅਧਿਕਾਰੀ ਨਹੀਂ ਆਉਂਦਾ? ਸਰ ਕੋਈ ਕਾਰਵਾਈ ਨਹੀਂ ਆ। ਤਰਨਤਾਰਨ ਜਾ ਕੇ ਵੇਖ ਲਓ, ਨਿਊ ਦੀਪ ਦੀਆਂ ਗੱਡੀਆਂ ਫੁੱਲ ਲੈਣਾ ਲਾ ਕੇ ਆਉਣ ਡਈਆਂ ਵਾ। ਸਰਕਾਰ ਇਹਨਾਂ ਨਾਲ ਰਲੀ ਹੋਈ ਹੈ ਤੇ ਇਹਨਾਂ ਦੇ ਕੋਈ ਐਕਸ਼ਨ ਨਹੀਂ ਲੈਣ ਡਈ। ਜੋ ਵੀ ਐਕਸ਼ਨ ਲਿਆ ਜਾਂਦਾ ਉਹ ਸਿਰਫ ਰੋਡਵੇਜ਼ ਤੇ ਲਿਆ ਜਾਂਦਾ ਵਾ। ਘੱਟ ਸਵਾਰੀਆਂ ਜੇ ਆਪਣੇ ਤੇਲ ਦਾ ਖਰਚਾ ਨਹੀਂ ਪੂਰਾ ਕਰ ਰਹੇ। ਤੇ ਜਿਵੇਂ ਕਿ ਲਾਕਡਾਊਨ ਦੌਰਾਨ ਇਹ ਵੀ ਕਿਹਾ ਜਾ ਰਿਹਾ ਕਿ ਪ੍ਰਾਈਵੇਟ ਬੱਸਾਂ ਦੇ ਇਹ ਪੂਰੀ ਸਮਰੱਥਾ ਨਾਲ ਬਿਠਾ ਰਹੇ ਆ, ਤੇ ਪਰ ਇਸ ਹਿਸਾਬ ਨਾਲ ਤੁਹਾਨੂੰ 50% ਦੀ ਸਮਰੱਥਾ ਦੇ ਨਾਲ ਜਿਹੜੀ 25% ਸਵਾਰੀਆਂ ਬਿਠਾਉਣ ਦੀ, ਇਹ ਰੂਲ ਕਿਵੇਂ ਤੁਸੀਂ ਫੋਲੋ ਕਰਦੇ? ਸਰ ਅਸੀਂ ਤਾਂ 25% ਹੀ ਪਾਉਣੇ ਆ, ਇਸ ਤੋਂ ਵੱਧ ਤਾਂ ਅਸੀਂ ਪਾਉਂਦੇ ਹੀ ਨਹੀਂ। ਸਾਡੀ ਆਪਦੇ ਇੰਸਪੈਕਟਰ ਸਾਡੇ ਰਿਪੋਰਟ ਕਰਦੇ ਆ ਜੇ ਇਸ ਤੋਂ ਵੱਧ ਅਸੀਂ ਸਵਾਰੀ ਬਿਠਾਉਣੇ ਆ। ਪ੍ਰਾਈਵੇਟਾਂ ਨੂੰ ਪੂਰੀ ਖੁੱਲ੍ਹ ਆ, ਉਹ ਲਾਈਨ ਲਾ ਕੇ ਅੰਮ੍ਰਿਤਸਰ ਨੂੰ ਵੀ ਜਾਂਦੀਆਂ ਵਾ, ਤੇ ਉੱਥੋਂ ਅੰਮ੍ਰਿਤਸਰ ਤੋਂ ਬਠਿੰਡੇ ਨੂੰ ਫੁੱਲ ਸਵਾਰੀਆਂ ਭਰ ਕੇ ਨਿਊ ਦਿੱਲੀ ਦੀਆਂ ਬੱਸਾਂ ਜਾਂਦੀਆਂ। ਹੁਣ ਸਾਡੇ ਨਾਲ ਜਿਹੜੇ ਮੌਜੂਦ ਨੇ ਇੱਥੇ, ਜਿਹੜੇ ਮਿੰਨੀ ਬੱਸਾਂ ਦੇ ਮਾਲਕ ਆ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਲਾਕਡਾਊਨ ਦੌਰਾਨ ਉਹਨਾਂ ਦੇ ਹਾਲਾਤ ਕੀ ਆ। ਜਿਵੇਂ ਉਹਨਾਂ ਦੇ ਕੁਝ ਇਲਜ਼ਾਮ ਹੁੰਦੇ ਆ ਕਿ ਲੱਗ ਰਿਹਾ ਕਿ ਉਹ ਸਵਾਰੀਆਂ ਪੂਰੀ ਸਮਰੱਥਾ ਨਾਲ ਬਿਠਾ ਕੇ ਖੜ ਰਹੇ ਆ, ਤੇ ਪਰ ਵੇਖਿਆ ਜਾਵੇ ਜਿਵੇਂ ਕਿ ਤਸਵੀਰਾਂ, ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਜਿਹੜੀਆਂ ਸਾਹਮਣੇ ਮਿੰਨੀ ਬੱਸਾਂ ਦੀਆਂ ਜਿਹੜੀਆਂ ਤਸਵੀਰਾਂ ਉਹ ਦਿਖਾ ਸਕਦਾ ਵਾ ਕਿ ਕਿਵੇਂ ਖਾਲੀ ਖੜੀਆਂ ਹੋਈਆਂ ਵਾ, ਤੇ ਪਰ ਫਿਰ ਵੀ ਇਹਨਾਂ ਨੂੰ ਕਿਹਾ ਜਾ ਰਿਹਾ ਵਾ ਕਿ ਇਹ ਜਿਹੜੀਆਂ ਬੱਸਾਂ ਵਾ ਪੂਰੀ ਸਮਰੱਥਾ ਨਾਲ ਬਿਠਾ ਕੇ ਜਿਹੜੀਆਂ ਸਵਾਰੀਆਂ ਖੜ ਰਹੇ ਨੇ। ਹੁਣ ਸਾਡੇ ਨਾਲ ਮੌਜੂਦ ਨੇ ਇੱਥੇ ਮਿੰਨੀ ਬੱਸਾਂ ਦੇ ਜਿਹੜੇ ਮਾਲਕ ਆ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਇੱਥੇ। ਹਾਂਜੀ ਵੀਰ ਜੀ, ਕੀ ਨਾਮ ਆਪਣਾ ਜੀ? ਜਸਵਿੰਦਰ ਸਿੰਘ ਬੰਡਾਲਾ। ਵੀਰ ਜੀ, ਜਿਵੇਂ ਲਾਕਡਾਊਨ ਦੌਰਾਨ ਬੱਸਾਂ ਦੀ ਗਿਣਤੀ ਘਟਾਈ ਗਈ ਆ ਕਿ 50% ਦੇ ਹਿਸਾਬ ਨਾਲ ਬੱਸਾਂ ਦੇ ਵਿੱਚ ਸਵਾਰੀ ਖੜਦੀਆਂ, ਇਸ ਹਿਸਾਬ ਨਾਲ ਤੁਹਾਡੇ ਜਿਹੜੀਆਂ ਸਵਾਰੀਆਂ ਬੱਸ ਹਿਸਾਬ ਨਾਲ ਕਿਵੇਂ ਬੈਠ ਰਹੀਆਂ? ਸਾਡੇ ਤਾਂ ਅੱਗੇ ਸਵਾਰੀ ਬਹੁਤ ਜ਼ਿਆਦਾ ਡਾਊਨ ਆ, ਜਿਹੜੀ ਮੇਨ ਗੱਲ ਆ। ਬਾਕੀ ਇਸ ਟਾਈਮ ਤਾਂ ਹੁਣ 20 ਤੋਂ 25% ਤੱਕ ਸਵਾਰੀਆਂ ਮਹਾਂ ਹੀ ਬੱਸ 'ਚ ਜਾ ਰਹੀਆਂ, ਕਿਉਂਕਿ ਇੱਕ ਬੱਸੇ 5-6 ਮਿੰਨੀ 'ਚ ਉਹਨਾਂ ਨੇ 15 ਸਵਾਰੀਆਂ ਗਈਆਂ, 5-6 ਸਵਾਰੀਆਂ ਲੈ ਕੇ ਜਾਂਦੀ ਹਰੇਕ ਮਿੰਨੀ। ਸਵਾਰੀ ਇੰਨੀ ਜ਼ਿਆਦਾ ਡਾਊਨ ਹੋ ਚੁੱਕੀ ਆ। ਬਾਕੀ ਅਸੀਂ ਕਾਨੂੰਨ ਦੀ ਉਲੰਘਣਾ ਨਹੀਂ ਕਰ ਰਹੇ, ਜਿਹੜੀ ਮੇਨ ਗੱਲ ਆ। ਬਾਕੀ ਅਸੀਂ ਆਪੋ ਆਪਣੇ ਟਾਈਮ 'ਚ ਜਿੰਨੀਆਂ ਗੱਡੀਆਂ ਚਾਹੀਦੀਆਂ ਵਾ ਉਨੀਆਂ ਅਸੀਂ ਭੇਜ ਰਹੇ ਹਾਂ। ਬਾਕੀ ਸਾਡੀ ਆਰਥਿਕ ਸਥਿਤੀ ਬਹੁਤ ਜ਼ਿਆਦਾ ਮਾੜੀ ਆ। ਤੇਲ ਅਸੀਂ ਡੀਜ਼ਲ ਆ ਜਿਹੜਾ ਉਹ ਘਰੋਂ ਪਾ ਰਹੇ ਹਾਂ। ਤੇ ਜਿਵੇਂ ਲਾਕਡਾਊਨ ਦੌਰਾਨ ਸਰਕਾਰ ਵੱਲੋਂ ਸਰਕਾਰੀ ਹਦਾਇਤਾਂ ਦਿੱਤੀਆਂ ਗਈਆਂ ਵਾ ਕਿ ਟੈਕਸਾਂ ਦੇ ਵਿੱਚ ਰਹਿਤ ਦਿੱਤੀ ਜਾਊਗੀ, ਤੇ ਜਾਂ ਹੋਰ ਸਰਕਾਰੀ ਸਹੂਲਤਾਂ ਡਰਾਈਵਰਾਂ ਨੂੰ ਦਿੱਤੀਆਂ ਜਾਣਗੀਆਂ, ਇਦਾਂ ਦੀ ਕੋਈ ਤੁਹਾਨੂੰ ਸਰਕਾਰੀ ਸਹੂਲਤ ਮਿਲੀ ਹੈ ਜੀ? ਨਹੀਂ, ਸਾਨੂੰ ਅਜੇ ਤੱਕ ਕੋਈ ਸਰਕਾਰੀ ਸਹੂਲਤ ਨਹੀਂ ਮਿਲੀ, ਨਾ ਕੋਈ ਸਾਨੂੰ ਡਰਾਈਵਰ ਦਾ ਕੋਈ ਆਈ ਆ। ਤਨਖਾਹਾਂ ਡਰਾਈਵਰਾਂ ਦੀਆਂ ਮਾਲਕ ਘਰੋਂ ਭਰਨ ਦੇ ਆ, ਤੇ ਕਨੈਕਟਰਾਂ ਨੂੰ ਵੀ ਘਰੋਂ ਖਰਚਾ ਦੇਣ ਦੇ ਆ। ਬਾਕੀ ਗੱਡੀਆਂ ਦਾ ਜਿਹੜਾ ਡੀਜ਼ਲ ਖਰਚਾ ਉਹ ਵੀ ਘਰੋਂ ਪੈਣ ਦਿਆ। ਇਸ ਟਾਈਮ ਹਾਲਾਤ ਬਹੁਤ ਮਾੜੇ ਆ।
ਇਸ ਟਾਈਮ ਜਿਹੜੀ ਆਰਥਿਕ ਹਾਲਤ ਦੇ ਘਰ ਦੇ ਗੁਜ਼ਾਰਾ ਵਾ ਤੁਸੀਂ ਇੱਕ ਤੁਸੀਂ ਬੱਸਾਂ ਦੇ ਮਾਲਕ ਹੋ, ਜਿਹੜਾ ਉਹਨਾਂ ਦੇ ਘਰ ਦਾ ਗੁਜ਼ਾਰਾ ਤੇ ਜਿਹੜਾ ਖਰਚਾ ਕੱਢ ਕੇ ਉਹ ਕਿਵੇਂ ਗੁਜ਼ਾਰਾ ਚੱਲ ਮੈਂ ਸਾਲ ਲਾ ਵੀ ਗੁਜ਼ਾਰਾ ਕੀ ਕਰਨਾ ਵਾ, ਮੈਂ ਤਾਂ ਘਰੋਂ ਡੀਜ਼ਲ ਪਾਉਣ ਦਿਆਂ। ਤੁਸੀਂ ਆਪ ਦੇਖ ਲਓ, ਇੱਥੇ ਮੇਰਾ 9 ਮਿੰਟ ਟਾਈਮ ਆ, 9 ਮਿੰਟਾਂ 'ਚ ਮੈਨੂੰ ਆ ਗੱਡੀ ਚੜ੍ਹ ਜਾਓ, 3 ਸਵਾਰੀਆਂ ਵੱਧ ਤੋਂ ਵੱਧ ਗੱਡੀ 'ਚ ਬੈਠੀਆਂ ਹੋਈਆਂ ਇਸ ਟਾਈਮ। ਤੁਸੀਂ ਆਪ ਵੇਖ ਚੁੱਕੇ ਜੋ ਇਹ ਇਹੋ ਜਿਹੇ ਹਾਲਾਤ ਆ ਵੀ ਘਰੋਂ ਡੀਜ਼ਲ ਪਾ ਰਿਹਾ, ਨਾਲ ਕਨੈਕਟਰ ਆ, ਆਪ ਗੱਡੀ ਖੁਦ ਆਪ ਚਲਾਉਣ ਦਿਆਂ ਮਾਲਕ ਹੋ ਗਏ, ਨਾਲ ਕਨੈਕਟਰ ਰੱਖਿਆ, ਕਨੈਕਟਰ ਨੂੰ ਖਰਚਾ ਦੇਣ ਦਿਆਂ ਪੱਲਿਓਂ। ਹਾਲਾਤ ਬਹੁਤ ਜ਼ਿਆਦਾ ਮਾੜੇ ਆ। ਤੁਸੀਂ ਰੋਟੀ ਦੀ ਗੱਲ ਕਰਦੇ ਇਹਦਾ ਮੇਰੇ ਪੱਲੇ ਹੋਈ ਪਈ ਆ, ਜੇ ਹਾਲਾਤ ਹੋਏ ਪਏ। ਹਾਂਜੀ, ਹੁਣ ਸਾਡੇ ਨਾਲ ਇੱਥੇ ਹੋਰ ਵੀ ਜਿਹੜੇ ਕਨੈਕਟਰ ਮੌਜੂਦ ਨੇ, ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਲਾਕਡਾਊਨ ਦੌਰਾਨ ਉਹਨਾਂ ਦੇ ਹਾਲਤ ਕੀ ਨੇ। ਕੀ ਨਾ ਜੀ ਆਪਣਾ? ਮੇਰਾ ਧੀਰਾ ਸਿੰਘ ਜੀ। ਤੁਸੀਂ ਕਿਸ ਬੱਸ ਦੇ ਉੱਤੇ ਕਨੈਕਟ ਕਰ? ਬਾਜਾ ਬੱਸ ਕਨੈਕਟਰ। ਤੇ ਜਿਵੇਂ ਲਾਕਡਾਊਨ ਦੌਰਾਨ ਬੱਸਾਂ ਦੇ ਵਿੱਚ ਸਵਾਰੀਆਂ ਦੀ ਗਿਣਤੀ ਉਹ ਕਿੰਨੀ ਆ ਤੇ ਘਰ ਦੇ ਗੁਜ਼ਾਰੇ ਕਿਵੇਂ ਚੱਲ ਰਹੇ ਆ? ਘਰ ਦਾ ਗੁਜ਼ਾਰਾ ਬੜਾ ਮੁਸ਼ਕਿਲ ਹੈ। 20 ਤੇ 25 ਦੇ ਬਾਅਦ ਸਵਾਰੀ ਕੋਈ ਨਹੀਂ ਮਿਲਦੀ ਹੈ। 15 20 ਹੁਣ 10 ਸਵਾਰੀ ਲੈ ਕੇ ਆਏ 12। ਖਰਚਾ ਵੀ ਨਹੀਂ ਤੇਲ ਦਾ ਗੱਡੀ ਪੂਰਾ ਕਰਨ ਲਈ, ਖਰਚਾ ਨਹੀਂ ਤੇਲ ਦਾ ਨਹੀਂ ਡੀਜ਼ਲ ਪੂਰਾ ਕਰਨ ਲਈ। ਤੇ ਬਾਕੀ ਸਰਕਾਰ ਨੂੰ ਟੈਕਸ ਚਾਹੀਦਾ ਮਾਫ ਕਰਨਾ ਜਾਂ ਹੋਰ ਕੋਈ ਬੈਨੀਫਿਟ ਚਾਹੀਦਾ, ਜਿਹੜੇ ਬਹੁਤ ਮੁਸ਼ਕਿਲ ਆ। ਗੱਡੀਆਂ ਡਰਾਈਵ ਕਰਾਉਣ ਦਾ ਖਰਚਾ ਨਹੀਂ ਪੂਰਾ ਕਰਨੀ, ਉਹ ਤਨਖਾਹ ਨਹੀਂ ਮਿਲਣੀ ਸਰਕਾਰ ਨੇ ਦੇਣ ਨੂੰ। ਪ੍ਰਾਈਵੇਟ ਬੱਸ ਦੇਣ ਦਾ ਗੁਜ਼ਾਰਾ ਮੁਸ਼ਕਿਲ ਹੋਇਆ ਫਿਰ। ਜਿਵੇਂ ਕਿ ਇਹ ਵੀ ਕਿਹਾ ਜਾ ਰਿਹਾ ਕਿ ਪ੍ਰਾਈਵੇਟ ਬੱਸਾਂ ਵਾਲੇ ਪੂਰੀ ਸਮਰੱਥਾ ਨਾਲ ਸਵਾਰੀਆਂ ਬਿਠਾ ਕੇ ਖੜ ਰਹੇ, ਤੇ ਜਿਵੇਂ ਕਿ ਸਰਕਾਰੀ ਆ ਜਿਹੜੀ ਉਹ 50% ਦੇ ਹਿਸਾਬ ਨਾਲ ਸਵਾਰੀ ਬਿਠਾ ਰਹੇ। ਸਰਕਾਰੀ ਤੇ ਉਹਨਾਂ ਰੋਡਵੇ ਟਾਈਮ ਖੁੱਲਾ ਕਰਕੇ ਨਾ ਉਹਨਾਂ ਨੂੰ ਮਿਲ ਜਾਂਦੀ, ਉਹਨਾਂ ਦਾ ਅੱਧਾ ਘੰਟਾ ਪਾਉਣਾ। ਇਹ ਸਾਡੇ 10 ਮਿੰਟ 8 ਮਿੰਟ 9 ਮਿੰਟ 8-9 ਮਿੰਟ 10-15 ਸਵਾਰੀਆਂ ਮਿਲਦੀਆਂ ਵੱਧ। ਉਹਨਾਂ ਰੋਡਵੇ ਦਾ ਟਾਈਮ ਖੁੱਲਾ ਨਾ, ਉਹਨਾਂ ਸਰਕਾਰੀ ਦਾਰਾ ਉਹਨਾਂ ਟਾਈਮ ਖੁੱਲੇ, ਉਹਨਾਂ ਗੱਡੀ ਭਰ ਕੇ ਕੱਢਣੀਆਂ। ਪ੍ਰਾਈਵੇਟ 'ਚ ਨਹੀਂ ਕੁਛ ਹੈਗਾ, ਪ੍ਰਾਈਵੇਟ 'ਤੇ ਬੁਰਾ ਹਾਲ। ਜਿਵੇਂ ਆਪਾਂ ਗੱਲਬਾਤ ਕੀਤੀ ਇੱਥੇ ਪ੍ਰਾਈਵੇਟ ਬੱਸਾਂ ਦੇ ਮਾਲਕਾਂ ਦੇ ਕਨੈਕਟਰਾਂ ਦੇ ਨਾਲ ਕਿ ਉਹਨਾਂ ਦੇ ਘਰ ਦੇ ਹਾਲਾਤ ਕਿਵੇਂ ਆ, ਕਿ ਘਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ। ਆਸ ਕਰਦੇ ਹਾਂ ਕਿ ਜਿਹੜਾ ਅੱਜ ਦਾ ਮਸਲਾ, ਤੁਹਾਨੂੰ ਅੱਜ ਦਾ ਮਾਮਲਾ ਵਧੀਆ ਲੱਗਾ ਹੋਊਗਾ। ਤਰਨਤਾਰਨ ਤੋਂ ਗੁਰਤੇਜ ਔਲਖ ਦੇ ਨਾਲ ਕੈਮਰਾਮੈਨ ਗੁਰਜੀਤ ਸਿੰਘ।